ਸਤਨਾਮ ਵਾਹਿਗੁਰੂ ਸਾਹਿਬ ਜੀ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚਹਾਰੇ। ਹਰ ਬਹੁ ਲੋਗ ਸਿਆਣੇ, ਛਿਨ ਮੈਂ ਰਾਉ ਰੰਕ ਕਉ ਕਰਈ, ਰਾਉ ਰੰਕ ਕਰ ਡਾਰੇ। ਰੀਤੇ ਪਰੇ ਪਰੇ ਸੁਖ ਨਾਵੈ, ਜਹ ਤਾਕੋ ਬਿਵਹਾਰੇ। ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ। ਅੰਧੁਲੇ ਤ੍ਰਿਭੁਵਨ ਸੂਝਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਪਏ ਚੀਤਾ। ਬੇਸੁਮਾਰ ਅਥਾਹ ਅਗਨਤ ਅਤੁਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਸਕੰ ਪਗਨੰਤ ਸੈਲੰ, ਕਰਦਮੰ ਤਰੰਤ ਪਪੀਲਕః। ਮਸਕੰ ਪਗਨੰਤ ਸੈਲੰ, ਕਰਦਮੰ ਤਰੰਤ ਪਪੀਲਕః। ਸਾਗਰੰ ਲੰਘੰਤੰ ਪਿੰਗੰ, ਤਮ ਪਰਗਾਸ ਅੰਧਕః। ਸਾਧ ਸੰਗੇਣ ਸਿਮਰੰਤ ਗੋਬਿੰਦ, ਸਰਣ ਨਾਨਕ ਹਰਿ ਹਰਿ ਹਰਿ। ਸਾਧ ਸੰਗੇਣ ਸਿਮਰੰਤ ਗੋਬਿੰਦ, ਸਰਣ ਨਾਨਕ ਹਰਿ ਹਰਿ ਹਰਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ, ਕਿਰਪਾ ਨਿਧ, ਅੰਤਰਯਾਮੀ, ਪਾਰ ਬ੍ਰਹਮ ਪਰਮੇਸ਼ਵਰ, ਅਗਮ ਗੋਚਰ, ਸਰਬ ਕਲਾ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੇ ਦਿਨ ਦੀ ਆਰੰਭਤਾ 'ਤੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਆਪਣੇ ਸਾਡੇ ਜੀਵਨ ਦੀ ਸਭ ਤੋਂ ਅਮੋਲਕ ਕਾਰ ਕਮਾਉਣ ਦਾ ਅਵਸਰ ਪ੍ਰਦਾਨ ਕੀਤਾ ਹੈ। ਆਪ ਜੀ ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਸ਼ਰਵਣ ਕਰਕੇ ਮਾਨਣ ਦਾ ਯਤਨ ਕਰ ਰਹੇ ਸੀ।
ਸਤਿਗੁਰੂ ਸਾਹਿਬ ਦੀ ਬਾਣੀ ਦੇ ਅੰਤਰਗਤ ਸਾਧ ਸੰਗਤ ਦੀ ਮਹਿਮਾ ਬਾਰੇ ਬੜੇ ਬਖਸ਼ਿਸ਼ ਭਰੇ ਵਾਕ ਆਖਦੇ ਹਨ। ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਸੰਸਾਰ ਦੇ ਵਿੱਚ ਜਦ ਮਨੁੱਖ ਦੇ ਵਸਤਰ ਮੈਲੇ ਹੋ ਜਾਂਦੇ ਨੇ ਅਤੇ ਤਤ ਛਿਨ ਉਹਨੂੰ ਸਾਬਣ ਦਾ, ਸਫਾਈ ਕਰਨ ਵਾਲੇ ਸਾਧਨ ਦਾ ਖਿਆਲ ਆਉਂਦਾ ਹੈ ਅਤੇ ਉਹਦੇ ਨਾਲ ਉਹ ਤਤ ਛਿਨ ਆਪਣੇ ਵਸਤਰ ਸਾਫ਼ ਕਰ ਲੈਂਦਾ ਹੈ। ਸਰੀਰਕ ਤੌਰ 'ਤੇ ਸਰੀਰ ਦੇ ਵਿੱਚ ਕੋਈ ਜ਼ਹਿਰ ਵੱਧ ਜਾਵੇ ਤਾਂ ਬੜੇ ਪ੍ਰਕਾਰ ਦੇ ਉਪਚਾਰਾਂ ਦੇ ਨਾਲ ਡਿਟੌਕਸੀਫਾਈ ਕਰ ਲੈਂਦਾ ਹੈ। ਹੋਰ ਬੜੇ ਯਤਨ ਘਰ ਦੇ ਵਿੱਚ ਜਿਵੇਂ ਜਿਵੇਂ ਦੀ ਸਮਰੱਥਾ ਹੈ ਉਵੇਂ ਉਵੇਂ ਦਾ ਯਤਨ ਕਰਕੇ ਉਸ ਨੂੰ ਸਾਧ ਲੈਂਦਾ ਹੈ। ਪਰ ਮਨੁੱਖ ਦੇ ਵਿਚਾਰਕ ਤਲ 'ਤੇ, ਮਨੁੱਖ ਦੀ ਬੁੱਧੀ ਦੇ ਤਲ 'ਤੇ, ਮਨੁੱਖ ਦੇ ਭਾਵਾਂ ਕਰਕੇ, ਮਨੁੱਖ ਦੇ ਅਹਿਸਾਸਾਂ ਵਿੱਚ, ਮਨੁੱਖ ਦੀਆਂ ਬਿਰਤੀਆਂ ਕਰਕੇ ਅਤੇ ਮਨੁੱਖ ਦੀਆਂ ਪ੍ਰਵਿਰਤੀਆਂ ਕਰਕੇ ਜਿਹੜੀ ਵਿਕਾਰਾਂ ਦੀ ਮੈਲ ਮਨੁੱਖ ਨੂੰ ਪਾਉਂਦੀ ਹੈ ਉਹ ਕਿਸੇ ਬਾਹਰੀ ਯਤਨ ਦੇ ਨਾਲ ਨਹੀਂ ਉਤਰਦੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮੈਲ ਖੋਈ ਕੋਟ ਅਗ ਹਰੇ। ਇੱਥੇ ਗੁਰੂ ਸਾਹਿਬ ਜੀ ਨੇ ਕੋਟ ਅਗ ਹਰੇ ਦਾ ਭਾਵ, ਜਿਵੇਂ ਕਈ ਵਾਰੀ ਇੱਕ ਵਾਰੀ ਤਾਂ ਮੈਲ ਸਤਹ ਦੇ ਉੱਪਰ ਹੁੰਦੀ ਹੈ ਕਿ ਥੋੜ੍ਹਾ ਜਿਹਾ ਮਲ ਕੇ ਧੋਤਾ ਜਾਏ ਤਾਂ ਉਤਰ ਜਾਂਦੀ ਹੈ, ਪਰ ਕਈ ਵਾਰੀ ਮੈਲ ਇੰਨੀ ਗਹਿਰੀ ਉਤਰ ਜਾਂਦੀ ਹੈ ਕਿ ਉਹ ਚਿੱਟੇ ਕੱਪੜੇ ਦਾ ਵੀ ਸਦੀਵੀ ਤੌਰ 'ਤੇ ਰੰਗ ਰੂਪ ਵਿਗਾੜ ਦਿੰਦੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਮੈਲ ਖੋਈ ਕੋਟ ਅਗ ਹਰੇ। ਮੈਲ ਦੇ ਤਹਿਤ ਬਣਿਆ ਹੋਇਆ ਸਾਰਾ ਜੀਵਨ, ਜਿਹਦੇ ਕਰਕੇ ਵਿਕਾਰਾਂ ਦੇ ਖਿਆਲ ਬਣਦੇ ਸਨ, ਮਾਇਆ ਦੀ ਧੰਦੇ ਧਾਵਣੀ ਬਣਦੀ ਸੀ। ਰੋਜ਼ਾਨਾ ਸਤਸੰਗਤ ਵਿੱਚ ਅਭਿਆਸ ਕਰਨ ਕਰਕੇ ਚਿੱਤ ਬੁੱਧ ਸੁਰਤ ਨਿਰਮਲ ਹੋ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਜਿਵੇਂ ਸਾਫ਼ ਪਾਣੀ ਹੋਵੇ ਤਾਂ ਪਾਣੀ ਠਹਿਰਿਆ ਹੋਵੇ ਉਹਦੇ ਵਿੱਚ ਮਨੁੱਖ ਆਪਣਾ ਮੁੱਖ ਦੇਖ ਸਕਦਾ ਹੈ। ਇਸੇ ਪ੍ਰਕਾਰ ਜਦੋਂ ਸਾਡਾ ਮਨ ਬੁੱਧ ਚਿੱਤ ਅੰਤਹਿਕਰਨ ਸ਼ਵੱਛ ਹੋ ਜਾਂਦਾ, ਬਿਲਕੁਲ ਨਿਰਮਲ ਹੋ ਜਾਂਦਾ ਹੈ, ਤਾਂ ਇਹਦੇ ਵਿੱਚੋਂ ਪਰਮੇਸ਼ਰ ਦਾ ਨਕਸ਼, ਉਹਦੀ ਨਿਰਮਲ ਮੂਰਤ ਦੇ ਦੀਦਾਰ ਹੋ ਸਕਦੇ ਹਨ। ਸਤਿਗੁਰੂ ਕਿਰਪਾ ਕਰਨ। ਐਸੇ ਭਾਵ ਸਾਡੇ ਸਾਰਿਆਂ ਦੇ ਸਜਗ ਰਹਿਣ ਜੀ। ਲੜੀਵਾਰ ਗੁਰ ਸ਼ਬਦ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਜੀ। ਸ਼ਬਦ ਵਿਚਾਰ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਸਕੰ ਪਗਨੰਤ ਸੈਲੰ, ਕਰਦਮੰ ਤਰੰਤ ਪਪੀਲਕਹ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਰਤ ਬਾਣੀ ਸ਼ਲੋਕ ਸਹਿਜਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਲੜੀਵਾਰ ਬਾਣੀ ਦੇ ਵਿਆਖਿਆ ਦੇ ਅੰਤਰਗਤ ਸਤਿਗੁਰੂ ਸਾਹਿਬ ਜੀ ਨੇ ਕੱਲ੍ਹ ਵਾਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਅਕਾਲ ਪੁਰਖ ਬੜਾ ਵੱਡਾ ਭਾਰੀ ਸਮਰੱਥ ਮਾਲਕ ਹੈ। ਜੀਵਨ ਦਾ ਕੋਈ ਐਸਾ ਸੰਕਟ, ਕੋਈ ਐਸਾ ਵਿਘਨ, ਕੋਈ ਐਸੀ ਲੋੜ, ਕੋਈ ਐਸੀ ਕਿਰਪਾ ਦਾ ਆਲਮ ਮਨੁੱਖ ਨੂੰ ਚਾਹੀਦਾ ਹੋਵੇ ਤਾਂ ਉਹ ਕਦੇ ਵੀ ਵਿਸਾਰਦਾ ਨਹੀਂ ਹੈ। ਬਸ ਯਤਨ ਇਤਨਾ ਹੈ ਕਿ ਮਨੁੱਖ ਸਦਾ ਉਸ ਅਕਾਲ ਪੁਰਖ ਦੀ ਸਿਮਰਤੀ ਦੇ ਭਾਵ ਨੂੰ ਆਪਣੇ ਅੰਦਰ ਸਿਮਰਨ ਰੂਪ ਦੇ ਵਿੱਚ ਦ੍ਰਿੜ ਕਰਕੇ ਰੱਖੇ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਪੰਕਤੀ ਵਿੱਚ ਬਖਸ਼ਿਸ਼ ਕੀਤੀ ਸੀ, ਸਿਮਰਨ ਸਰਬੱਤਰ ਜੀਵਨ, ਕਿ ਸਾਰੇ ਬ੍ਰਹਿਮੰਡ ਦੇ ਵਿੱਚ ਕੌਸਮਿਕ ਐਨਰਜੀ ਚੱਲਦੀ ਹੈ ਅਤੇ ਜਦੋਂ ਮਨੁੱਖ ਸੁਰਤ ਕਰਕੇ ਸਿਮਰਨ ਕਰਕੇ ਉਸ ਨੂੰ ਆਰਾਧਨਾ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਜਿਤਨੀ ਦੈਵੀ ਊਰਜਾ ਹੈ ਇੱਕ ਨਿਰਮਲ ਸਹਾਇਕ ਆਭਾ ਮੰਡਲ ਬਣ ਕੇ ਜੀਵ ਦੇ ਆਲੇ ਦੁਆਲੇ ਵਿਚਰਨ ਲੱਗ ਪੈਂਦੀ ਹੈ ਅਤੇ ਜੀਵ ਦੀ ਸਮੁੱਚੇ ਪ੍ਰਕਾਰ ਕਰਕੇ ਰੱਖਿਆ ਹੁੰਦੀ ਹੈ। ਸੋ ਕੱਲ੍ਹ ਵਾਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿਮਰਨ ਦੁਆਰਾ ਪਰਮੇਸ਼ਰ ਦੇ ਓਟ ਆਸਰੇ ਨੂੰ ਕਿਵੇਂ ਮਾਣਿਆ ਪ੍ਰਾਪਤ ਕੀਤਾ ਜਾਵੇ, ਇਸ ਸੰਬੰਧੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ ਨਵਾਜਿਆ ਸੀ। ਅੱਜ ਦੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਜੀਵਾਂ ਦੇ ਉੱਪਰ ਸਤਿਗੁਰੂ ਕੀ ਮਿਹਰਾਮਤ ਹੋ ਜਾਵੇ,
ਫਿਰ ਉਹਨਾਂ ਦੀ ਭਾਵੇਂ ਹਸਤੀ ਕਿੰਨੀ ਵੀ ਅਲਪ, ਕਿੰਨੀ ਵੀ ਛੋਟੀ, ਕਿੰਨੀ ਵੀ ਨਤਾਣੀ ਕਿਉਂ ਨਾ ਹੋਵੇ, ਉਹ ਵੱਡੇ ਭਾਰੀ ਜਿਹੜੇ ਪੱਧਰ ਹਨ ਉਹਨਾਂ ਨੂੰ ਸਰ ਕਰ ਲੈਂਦੇ ਹਨ, ਉਹਨਾਂ ਨੂੰ ਜਿੱਤ ਲੈਂਦੇ ਹਨ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜੇ ਅਕਾਲ ਪੁਰਖ ਦੀ ਮਿਹਰਮਤ ਹੋ ਜਾਵੇ ਜੀਵ ਦੇ ਉੱਪਰ, ਉਸ ਦਾ ਤਾਰ ਸਿਰਜਣਹਾਰ ਦਾ ਤਰਸ ਹੋ ਜਾਵੇ, ਤਾਂ ਮਸਕੰ ਪਗਨੰਤ ਸੈਲੰ, ਮਸਕੰ ਦਾ ਭਾਵ ਹੈ ਮੱਛਰ, ਪਗਨੰਤ ਦਾ ਭਾਵ ਤੋੜ ਦਿੰਦਾ ਹੈ, ਸੈਲੰ ਭਾਵ ਪੱਥਰ। ਕਹਿੰਦੇ ਜੇ ਕਿਸੇ ਜੀਵ ਦੇ ਉੱਪਰ ਕਿਰਪਾ ਹੋ ਜਾਏ ਤਾਂ ਜਿਹੜਾ ਜੀਵ ਰੂਪ ਮੱਛਰ ਵਾਂਗ ਹੈ ਇਹ ਵੱਡੇ ਭਾਰੀ ਪੱਥਰ ਨੂੰ ਵੀ ਤੋੜ ਦਿੰਦਾ ਹੈ। ਇਸ ਗੱਲ ਦਾ ਭਾਵ ਇਹ ਹੈ ਕਿ ਜਿਹੜੇ ਜੀਵ ਦੀ ਹਸਤੀ ਹੰਕਾਰ ਵਰਗੇ ਪੱਥਰ ਦੇ ਸਾਹਮਣੇ ਬਿਲਕੁਲ ਅਲਪ ਹੁੰਦੀ ਹੈ, ਜੇ ਅਕਾਲ ਪੁਰਖ ਦੀ ਕਿਰਪਾ ਦਾ ਤਾਣ ਮਿਲ ਜਾਏ ਤਾਂ ਮਨੁੱਖ ਜਿਹੜਾ ਹੈ ਮੱਛਰ ਦੀ ਨਿਆਈ ਹੁੰਦਿਆਂ ਹੋਇਆਂ ਵੀ ਅਹੰਕਾਰ ਵਰਗੇ ਵੱਡੇ ਭਾਰੀ ਪੱਥਰ ਨੂੰ ਤੋੜ ਸਕਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਜਦੋਂ ਹੁਣ ਦੋ ਸ਼ਬਦ ਗੁਰੂ ਸਾਹਿਬ ਜੀ ਨੇ ਵਰਤੇ ਨੇ, ਸੈਲੰ ਅਤੇ ਮਸਕੰ, ਸਾਡੀ ਜਿਹੜੀ ਤੁਲਨਾ ਗੁਰੂ ਸਾਹਿਬ ਜੀ ਨੇ ਮੱਛਰ ਦੇ ਨਾਲ ਕਰਕੇ ਅਤੇ ਅਹੰਕਾਰ ਨੂੰ ਪੱਥਰ ਰੂਪ ਕਿਹਾ ਹੈ। ਅਸੀਂ ਆਮ ਤੌਰ 'ਤੇ ਜਾਣਦੇ ਹਾਂ ਦੁਨੀਆ ਭਰ ਦੇ ਮੱਛਰ ਇਕੱਠੇ ਹੋ ਜਾਣ ਇੱਕ ਨਿੱਕੇ ਜਿਹੇ ਪੱਥਰ ਨੂੰ ਨਹੀਂ ਤੋੜ ਸਕਦੇ, ਪਰ ਗੁਰੂ ਸਾਹਿਬ ਜੀ ਨੇ ਇਸ ਪੰਕਤੀ ਦੁਆਰਾ ਸਾਨੂੰ ਅਧਿਆਤਮਕ ਨੁਕਤਾ ਦ੍ਰਿੜ ਕਰਵਾਇਆ ਹੈ ਕਿ ਜਿਵੇਂ ਪਰ ਜੇ ਅਕਾਲ ਪੁਰਖ ਦਾ ਤਾਣ ਹੋਵੇ, ਉਂਝ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਮੱਛਰ ਪੱਥਰ ਨਹੀਂ ਤੋੜ ਸਕਦੇ, ਪਰ ਗੁਰੂ ਸਾਹਿਬ ਜੀ ਕਹਿੰਦੇ ਅਧਿਆਤਮਕ ਨੁਕਤੇ 'ਤੇ ਜਿਹੜਾ ਅਹੰਕਾਰ ਵਰਗਾ ਪੱਥਰ ਜੀਵਾਂ ਨੂੰ ਮਹਿਸੂਸ ਹੁੰਦਾ ਹੈ ਅਤੇ ਉਹਦੇ ਸਾਹਮਣੇ ਜੀਵ ਇਉਂ ਮਹਿਸੂਸ ਕਰਦੇ ਨੇ ਕਿ ਅਸੀਂ ਇਸ ਅਹੰਕਾਰ ਤੋਂ ਮੁਕਤੀ ਨਹੀਂ ਪਾ ਸਕਦੇ ਜਾਂ ਇਹਦਾ ਨਾਸ਼ ਨਹੀਂ ਕਰ ਸਕਦੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਜੇ ਅਕਾਲ ਪੁਰਖ ਦੀ ਕਿਰਪਾ ਹੋ ਜਾਏ ਤਾਂ ਇਸੇ ਪ੍ਰਕਾਰ ਸਮਰੱਥ ਹੋ ਜਾਂਦਾ ਹੈ। ਕੱਲ੍ਹ ਵਾਲੇ ਸਲੋਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਇਹ ਸਾਰੀ ਜੁਗਤ ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਹੁਣ ਜਦੋਂ ਜੀਵ ਵਿਕਾਰਾਂ ਦੇ ਸਾਹਮਣੇ ਆਪਣੀ ਹਸਤੀ ਵੇਖਦਾ ਹੈ ਤਾਂ ਉਹ ਦੇਖਦਾ ਹੈ ਕਿ ਮੇਰੀ ਕੋਈ ਹਸਤੀ ਨਹੀਂ ਹੈ ਕਿ ਇਹਨਾਂ ਵਿਕਾਰਾਂ ਤੋਂ ਪਾਰ ਪਾ ਸਕਾਂ, ਤਾਂ ਫਿਰ ਸਾਧ ਸੰਗਤ ਦੇ ਵਿੱਚ ਉਹਨੂੰ ਇੱਕ ਜੁਗਤ ਪ੍ਰਾਪਤ ਹੁੰਦੀ ਹੈ। ਹੁਣ ਮੱਛਰ ਵਰਗੇ ਜੀਵ ਨੇ ਹੰਕਾਰ ਵਰਗੇ ਪੱਥਰ ਨੂੰ ਕਿਵੇਂ ਤੋੜਨਾ, ਇਹਦੀ ਇੱਕ ਜੁਗਤ ਹੈ। ਜਦੋਂ ਮਨੁੱਖ ਸਤ ਸੰਗਤ ਵਿੱਚ ਆਉਂਦਾ ਹੈ, ਗੁਰੂ ਉਪਦੇਸ਼ ਦੁਆਰਾ ਸਭ ਤੋਂ ਪਹਿਲਾਂ ਜੋ ਦੀ ਅੰਤਰ ਆਤਮੇ ਵਿੱਚ ਝਾਤ ਵੱਜਦੀ ਹੈ ਤਾਂ ਉਹਨੂੰ ਇਹ ਗਿਆਨ ਆਉਂਦਾ ਹੈ ਕਿ ਆਪਣਾ ਕੁਝ ਇੱਥੇ ਥਿਰ ਨਹੀਂ ਹੈ, ਸਦੀਵ ਨਹੀਂ ਹੈ, ਕੋਈ ਇੱਕ ਐਸੀ ਰਚਨਾ ਨਹੀਂ ਹੈ ਜਿਹੜੀ ਆਪਣੀ ਕਹੀ ਜਾ ਸਕੇ। ਫਿਰ ਜੇ ਆਪਣੀ ਕੋਈ ਰਚਨਾ ਨਹੀਂ ਕਹੀ ਜਾ ਸਕਦੀ ਤਾਂ ਉਹਦਾ ਫਿਰ ਗੁਮਾਨ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਸਤ ਸੰਗਤ ਮਨੁੱਖ ਨੂੰ ਅੰਤਰ ਜੀਵਨ ਦੇ ਵਿੱਚ ਗਹਿਰਾ ਉਤਰਨ ਦਾ ਕੰਮ ਕਰਦੀ ਹੈ, ਅਤੇ ਜਿਵੇਂ ਜਿਵੇਂ ਮਨੁੱਖ ਗਹਿਰਾ ਉਤਰਦਾ ਹੈ ਫਿਰ ਉਹ ਆਪਣੇ ਚੀਜ਼ਾਂ ਦੇ ਨਾਲ ਉਹ ਅਹੰਕਾਰ ਭਰੇ ਸੰਬੰਧ ਤੋੜਦਾ ਹੈ, ਔਰ ਉਹ ਜਿਹੜਾ ਹੰਕਾਰ ਹੈ ਉਹ ਜੀਵ ਦੇ ਗੁਮਾਨ ਕਰਕੇ ਬਣਿਆ ਹੁੰਦਾ ਕਿ ਹਰੇਕ ਹੋਂਦ ਨੂੰ ਜਿਤਨੀ ਵੀ ਜੀਵਨ ਦੇ ਵਿੱਚ ਬਣੀ ਹੈ ਸਾਰੀ ਨੂੰ ਆਪਣੀ ਮੰਨ ਕੇ ਮਨੁੱਖ ਚੱਲ ਰਿਹਾ ਹੁੰਦਾ ਹੈ। ਉਦਾਹਰਨ ਦੇ ਤਲ 'ਤੇ ਮੇਰਾ ਮਕਾਨ, ਮੇਰੀ ਪ੍ਰਤਿਭਾ, ਮੇਰਾ ਧਨ, ਸਭ ਕੁਝ ਇਸ ਨੂੰ, ਤਾਂ ਜਦੋਂ ਉਹਨੂੰ ਜੀਵਨ ਦੇ ਵਿੱਚ ਆਪਣੀ ਝਾਤ ਵੱਜਦੀ ਹੈ, ਆਪਣੇ ਅੰਤਰ ਆਤਮੇ ਨੂੰ ਜਾਣਦਾ ਹੈ, ਤਾਂ ਫਿਰ ਸਮਝ ਆਉਂਦਾ ਹੈ ਕਿ ਜਿਸ ਸਾਰੀਆਂ ਚੀਜ਼ਾਂ ਦਾ ਮੈਂ ਆਪਣੇ ਅਹੰਕਾਰ ਕਰਕੇ ਚਿੰਤਨ ਕਰਦਾ ਹਾਂ ਇਹ ਤਾਂ ਸਾਰੀਆਂ ਮੇਰੇ ਜਨਮ ਤੋਂ ਬਾਅਦ ਪੈਦਾ ਹੋਈਆਂ ਨੇ, ਔਰ ਜਨਮ ਤੋਂ ਵੀ ਕਈ ਸਾਲ ਬਾਅਦ ਪੈਦਾ ਹੋਈਆਂ ਨੇ, ਅਤੇ ਜਦੋਂ ਇਸ ਸੰਸਾਰ ਤੋਂ ਰੁਖਸਤ ਹੋਵਾਂਗਾ ਉਦੋਂ ਵੀ ਕੋਈ ਇਸੇ ਪ੍ਰਕਾਰ ਇਹ ਵਸਤ ਮੇਰੇ ਨਾਲ ਨਹੀਂ ਹੋਏਗੀ। ਤਾਂ ਇਸ ਭਾਵ ਨੂੰ ਜਾਣਨ ਕਰਕੇ ਫਿਰ ਹੌਲੀ ਹੌਲੀ ਚੀਜ਼ਾਂ ਦਾ ਗੁਮਾਨ ਛੱਡਣਾ ਸ਼ੁਰੂ ਕਰ ਦਿੰਦਾ ਹੈ। ਕਹਿੰਦੇ ਕਿ ਕਿਸੇ ਰਾਜੇ ਕੋਈ ਬਹੁਤ ਵੱਡਾ ਧਨਵਾਨ ਸੇਠ ਸੀ, ਤਾਂ ਉਹਨੂੰ ਕਿਸੇ ਮਹਾਤਮਾ ਦੀ ਸੰਗਤ ਪ੍ਰਾਪਤ ਹੋਈ ਤਾਂ ਉਹਨੇ ਆਪਣੀ ਸਮੱਸਿਆ ਸਾਂਝੀ ਕੀਤੀ ਕਿ ਮੈਨੂੰ ਅਹੰਕਾਰ ਦੀ ਬ੍ਰਿਤੀ ਤੋਂ ਛੁਟਕਾਰਾ ਕਰਵਾ ਦਿਓ। ਮਹਾਤਮਾ ਕਹਿਣ ਲੱਗਾ ਕਿ ਕੋਈ ਨਾ, ਥੋੜ੍ਹੇ ਦਿਨਾਂ ਤੱਕ ਤੇਰਾ ਛੁਟਕਾਰਾ ਅਹੰਕਾਰ ਤੋਂ ਕਰਵਾ ਦਿਆਂਗੇ। ਤਾਂ ਉਹ ਬਾਜ਼ਾਰ ਦੇ ਵਿੱਚ ਜਿੱਧਰ ਦੀ ਲੰਘ ਕੇ ਆਪਣੀ ਦੁਕਾਨ 'ਤੇ ਜਾਂਦਾ ਸੀ, ਮਹਾਤਮਾ ਨੇ 5-7 ਜਿਹੜੇ ਮਨੁੱਖ ਰਸਤੇ ਵਿੱਚ ਉਹਨੂੰ ਅਕਸਰ ਮਿਲਦੇ ਸਨ, ਉਹਨਾਂ ਸਾਰਿਆਂ ਨੂੰ ਕਹਿ ਦਿੱਤਾ ਕਿ ਇਹਨੂੰ ਤੁਸੀਂ ਅੱਜ ਲੰਘਦਿਆਂ ਨਾ ਸਲਾਮ ਨਹੀਂ ਕਹਿਣੀ,
ਭਾਵ ਕਿ ਸਗੋਂ ਥੋੜ੍ਹਾ ਆਕੜ ਜੀ ਦੇ ਲਾਗੋਂ ਲੰਘਣਾ ਇਹਦੇ ਕਰਕੇ। ਉਹਨਾਂ ਇਸ ਤਰ੍ਹਾਂ ਕੀਤਾ, ਉਹ ਸੇਠ ਦੁਕਾਨ 'ਤੇ ਜਾ ਰਿਹਾ ਸੀ। ਆਮ ਕਰਕੇ ਆਸ ਹੁੰਦੀ ਸੀ ਕਿ ਇਸ ਰਾਹ ਗਥਾਂ ਨਹੀਂ ਗੁਜ਼ਰਾਂਗਾ ਅਤੇ ਇੰਨੇ ਬੰਦੇ ਮੈਨੂੰ ਸਲਾਮ ਕਰਨਗੇ। ਹੁਣ ਜਦੋਂ ਗੁਜ਼ਰਿਆ ਤਾਂ ਕਿਸੇ ਨੇ ਸਲਾਮ ਨਾ ਕੀਤੀ, ਸਗੋਂ ਸਲਾਮ ਕਰਨ ਦੀ ਬਜਾਏ ਉਹ ਥੋੜ੍ਹਾ ਤਣ ਕੇ ਨਿਕਲੇ ਉਹਦੇ ਅੱਗੋਂ ਅਤੇ ਮਹਾਤਮਾ ਦੇ ਕੋਲੋਂ ਵਾਪਸ ਆਇਆ। ਕਹਿੰਦਾ ਅੱਜ ਬੜਾ ਪਰੇਸ਼ਾਨ ਹੈ। ਕਹਿੰਦਾ ਉਹ ਲੋਕ ਜਿਹੜੇ ਮੇਰੇ ਕਰਜ਼ਦਾਰ ਸਨ, ਰੋਜ਼ਾਨਾ ਮੈਨੂੰ ਝੁੱਕ ਕੇ ਸਲਾਮ ਕਰਦੇ ਸਨ, ਅੱਜ ਕਿਸੇ ਨੇ ਕੀਤੀ ਨਹੀਂ। ਤਾਂ ਉਹ ਮਹਾਤਮਾ ਕਹਿਣ ਲੱਗਾ ਕੀ ਹੋਇਆ ਜੇ ਨਹੀਂ ਕੀਤੀ? ਤੈਨੂੰ ਕਦੋਂ ਪਤਾ ਲੱਗਾ ਕਿ ਸਲਾਮ ਕਰਨੀ, ਤੈਨੂੰ ਸਲਾਮ ਕਰਦੇ ਨੇ? ਕਦੋਂ ਕਿ ਤੈਨੂੰ ਲੱਗਣਾ ਸ਼ੁਰੂ ਹੋਇਆ ਸੀ? ਕਹਿੰਦਾ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਮੇਰਾ ਕਾਰੋਬਾਰ ਥੋੜ੍ਹਾ ਵਿਕਾਸ ਕਰਨਾ ਸ਼ੁਰੂ ਕੀਤਾ ਸੀ। ਕਹਿੰਦਾ ਉਸ ਤੋਂ ਪਹਿਲਾਂ ਵੀ ਤਾਂ ਤੈਨੂੰ ਮਿਲਦੇ ਹੋਣਗੇ? ਕਹਿੰਦਾ ਹਾਂ। ਕਹਿੰਦਾ ਨਮਸਕਾਰ ਕਰਦੇ ਸੀ, ਸਲਾਮ ਕਰਦੇ ਸੀ? ਕਹਿੰਦਾ ਨਹੀਂ। ਕਹਿੰਦਾ ਫਿਰ ਇਹਦਾ ਮਤਲਬ ਸਲਾਮ ਵੀ ਵਕਤੀ ਹੁੰਦੀ ਹੈ, ਇਹਦਾ ਖਹਿੜਾ ਛੱਡ ਦੇ। ਛੱਡਦਾ ਚਲਾ ਗਿਆ। ਫਿਰ ਇਹ ਭਾਵ ਉਹਦੇ ਅੰਦਰੋਂ ਖੀਣ ਹੋਇਆ। ਥੋੜ੍ਹੇ ਦਿਨਾਂ ਬਾਅਦ ਫਿਰ ਮਹਾਤਮਾ ਨੇ ਜਾਣ ਲਿਆ ਕਿ ਹੁਣ ਧਨ ਦੇ ਪੱਧਰ 'ਤੇ ਬੜਾ ਹੰਕਾਰ ਕਰਦਾ ਹੈ। ਤਾਂ ਇਸੇ ਪ੍ਰਕਾਰ ਉਹਨੇ ਕਿਸੇ ਦੂਜੇ ਇਨਸਾਨ ਨੂੰ ਕਹਿ ਦਿੱਤਾ ਕਿ ਇਹਦੇ ਕਾਰੋਬਾਰ ਵਾਲੇ ਸਥਾਨ 'ਤੇ ਜਾ ਕੇ ਕਹੀਂ ਕਾਹਦਾ ਤੇਰਾ ਕਾਰੋਬਾਰ ਹੈ, ਕੌਡੀਆਂ ਇਕੱਠੀਆਂ ਕਰੀ ਫਿਰਦਾ ਹੈ, ਹੋਰ ਤਾਂ ਕੁਝ ਵੀ ਨਹੀਂ ਹੈ। ਮਹਾਤਮਾ ਦੇ ਕਹੇ ਅਨੁਸਾਰ ਉਸੇ ਇਨਸਾਨ ਨੇ ਸ਼ਾਹੂਕਾਰ ਦੇ ਕੋਲ ਜਾ ਕੇ ਇਹ ਗੱਲਾਂ ਕਹਿ ਦਿੱਤੀਆਂ, ਕੌਡੀਆਂ ਇਕੱਠੀਆਂ ਕੀਤੀਆਂ ਨੇ, ਠੀਕਰੀਆਂ ਇਕੱਠੀਆਂ ਕਰੀ ਫਿਰਦਾ, ਨਾਮ ਸ਼ਾਹੂਕਾਰ ਰਖਾਇਆ। ਉਹ ਸ਼ਾਹੂਕਾਰ ਦੁਬਾਰਾ ਮਹਾਤਮਾ ਦੇ ਕੋਲ ਗਿਆ। ਕਹਿਣ ਲੱਗਾ ਅੱਜ ਫਿਰ ਇੱਕ ਅਜੀਬ ਗੱਲ ਵਾਪਰੀ। ਇੱਕ ਫਕੀਰ ਜਿਹਾ ਮੇਰੀ ਦੁਕਾਨ 'ਤੇ ਆ ਕੇ ਕਹਿਣ ਲੱਗਾ ਤਾਂ ਕਾਹਦਾ ਤੇਰਾ ਨਾਮ ਸ਼ਾਹੂਕਾਰ ਹੈ, ਠੀਕਰੀਆਂ ਜੇ ਇਕੱਠੀਆਂ ਕਰੀ ਫਿਰਦਾ ਹੈ? ਤਾਂ ਮਹਾਤਮਾ ਕਹਿਣ ਲੱਗਾ ਕਿ ਜਦੋਂ ਤੇਰਾ ਜੀਵਨ ਉਤਪਤ ਹੋਇਆ ਸੀ ਹੱਥਾਂ ਦੇ ਵਿੱਚ ਕਿਹੜੀਆਂ ਮੋਹਰਾਂ ਪਕੜੀਆਂ ਸਨ? ਕਹਿੰਦਾ ਨਹੀਂ, ਖਾਲੀ ਸੀ। ਅਤੇ ਕਹਿੰਦਾ ਇਸ ਕਰਕੇ ਜੇ ਉਹਨੇ ਠੀਕਰੀਆਂ ਕਹਿ ਦਿੱਤਾ ਇਹਦੇ ਵਿੱਚ ਕਿੱਡੀ ਕੁ ਵੱਡੀ ਗੱਲ ਹੈ। ਦੂਜਾ ਕਹਿੰਦਾ ਉਹਨੇ ਠੀਕਰੀਆਂ ਇਸ ਕਰਕੇ ਵੀ ਕਿਹਾ ਹੈ ਕਿ ਇਹ ਜਿਹੜੀ ਸੰਚਿਤ ਕੀਤੀ ਮਾਇਆ ਤੇਰੇ ਜੀਵਨ ਮਨੋਰਥ ਦੇ ਵਿੱਚ ਕੰਮ ਆਉਣ ਵਾਲੀ ਨਹੀਂ ਹੈ, ਇਸ ਕਰਕੇ ਉਹਨੇ ਤੇਰਾ ਭਲਾ ਹੀ ਕੀਤਾ ਹੈ। ਇੰਝ ਬੜੀਆਂ ਜੁਗਤੀਆਂ ਵਰਤਾ ਕੇ ਜਦੋਂ ਕਾਫੀ ਸਮਾਂ ਹੋ ਗਿਆ ਅਤੇ ਫਿਰ ਮਹਾਤਮਾ ਕਹਿਣ ਲੱਗਾ ਕਿ ਹੁਣ ਹੰਕਾਰ ਬਾਰੇ ਤੇਰਾ ਕੀ ਖਿਆਲ ਹੈ? ਕਹਿੰਦਾ ਹੁਣ ਬਣਦਾ ਹੀ ਨਹੀਂ, ਹੁਣ ਅਪੇਕਸ਼ਾ ਹੀ ਨਹੀਂ ਰਹਿੰਦੀ। ਹੰਕਾਰ ਦਾ ਸਭ ਤੋਂ ਵੱਡਾ ਮਨੋਵਿਗਿਆਨਕ ਲੱਛਣ ਇਹ ਹੈ ਕਿ ਇਹ ਅਪੇਕਸ਼ਾ ਕਰਦਾ ਹੈ। ਅਪੇਕਸ਼ਾ ਦਾ ਮਤਲਬ ਹੈ ਕਿ ਜੋ ਵੀ ਸਮਰੱਥਾ ਮੇਰੇ ਪਾਸ ਹੈ, ਜਿਹਦਾ ਮੈਂ ਮਾਲਕ ਹਾਂ, ਉਹਦੀ ਜ਼ਿਕਰ ਹੋਵੇ। ਉਦਾਹਰਨ ਦੇ ਤੌਰ 'ਤੇ ਧਨਵਾਨ ਹਾਂ ਤਾਂ ਮੇਰੀ ਵੱਡੇ ਕਰੋੜਪਤੀ ਦੇ ਨੁਕਤੇ ਤੋਂ ਗਿਣਤੀ ਹੋਵੇ। ਵਿਦਿਆਵਾਨ ਹਾਂ ਤਾਂ ਮੈਨੂੰ ਮਨੁੱਖ ਨਾ ਕਹਿਣ, ਗੁਰੂ ਕਾ ਸਿੱਖ ਵੀ ਨਾ ਕਹਿਣ, ਮੈਨੂੰ ਵਿਦਵਾਨ ਕਹਿਣ। ਇਹ ਬਹੁਤ ਸਾਰੀ ਹੰਕਾਰ ਦੇ ਵਿੱਚ ਅਪੇਕਸ਼ਾ ਕੀਤੀ ਜਾਂਦੀ। ਹੰਕਾਰ ਦਾ ਪ੍ਰਮੁੱਖ ਲੱਛਣ ਹੀ ਇਹ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਸਕੰ ਪਗਨੰਤ ਸੈਲੰ, ਜੇ ਗੁਰੂ ਦੀ ਦੱਸੀ ਹੋਈ ਜੀਵਨ ਜੁਗਤ ਪ੍ਰਾਪਤ ਹੋ ਜਾਵੇ ਤਾਂ ਜੀਵ ਦਾ ਸਾਰਾ ਅਹੰਕਾਰ ਜਾਂਦਾ ਰਹਿੰਦਾ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਜਦੋਂ ਸਾਨੂੰ ਬਾਣੀ 'ਚ ਐਸੀਆਂ ਜੁਗਤਾਂ ਦੱਸੀਆਂ ਨੇ, ਐਸੇ ਕਮਾਲ ਦੇ ਢੰਗ ਦੱਸੇ ਨੇ ਕਿ ਸਾਡਾ ਅਹੰਕਾਰ ਤੋਂ ਸਹਿਜੇ ਹੀ ਛੁਟਕਾਰਾ ਹੋ ਸਕਦਾ ਹੈ। ਜਿਵੇਂ ਅਸੀਂ ਰੋਜ਼ਾਨਾ ਸਤ ਸੰਗਤ ਜੁੜਦੇ ਹਾਂ ਤਾਂ ਸਾਡੀ ਇਸ ਪੱਧਰ ਦੀ ਹਉਮੈ ਨੂੰ, ਹੰਕਾਰ ਨੂੰ ਨਾਸ਼ ਕਰਨ ਦੇ ਲਈ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਕਿ ਇਹ ਆਪਣਾ ਉਦਮ ਨਾ ਸਮਝ ਲਿਆ ਜਾਵੇ, ਆਪਣਾ ਨਿੱਜ ਯਤਨ ਨਾ ਸਮਝ ਲਿਆ ਜਾਵੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਅਰਦਾਸ ਦਾ ਢੰਗ ਵੀ ਉਹੀ ਬਖਸ਼ਿਸ਼ ਕੀਤਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਸਕੰ ਪਗਨੰਤ ਸੈਲੰ, ਅਤੇ ਜਦੋਂ ਗੁਰੂ ਕੀ ਦੱਸੀ ਜੁਗਤ ਪ੍ਰਾਪਤ ਹੋ ਜਾਵੇ। ਇਸ ਕਰਕੇ ਜੀਵਨ ਦੇ ਵਿੱਚ ਮੈਂ ਇੱਕ ਦਿਨ ਕਿਸੇ ਚਿੰਤਕ ਨੂੰ ਪੜ੍ਹ ਰਿਹਾ ਸੀ ਤਾਂ ਉਹਨੇ ਵਕਾਰਾਂ ਦੇ ਸੰਬੰਧ ਵਿੱਚ ਬੜੇ ਵਿਸਥਾਰ 'ਚ ਲਿਖਿਆ ਸੀ। ਕਹਿੰਦਾ ਵਕਾਰਾਂ ਨੂੰ ਦੋ ਤਰੀਕਿਆਂ ਨਾਲ ਸਮਝਣਾ ਚਾਹੀਦਾ। ਇੱਕ ਇਹਦੀ ਅਚੇਤਨਤਾ ਅਤੇ ਇੱਕ ਚੇਤਨਤਾ, ਅਤੇ ਤੀਜੀ ਸਾਧਨਾ। ਕਹਿੰਦਾ ਸਾਧਨਾ ਉਦੋਂ ਆਏਗੀ ਜਦੋਂ ਚੇਤਨਾ ਪੈਦਾ ਹੋਏਗੀ। ਹੁਣ ਉਦਾਹਰਨ ਦੇ ਤੌਰ 'ਤੇ ਬਹੁਤ ਐਸੇ ਘੱਟ ਮਨੁੱਖ ਹੋਣਗੇ ਜਿਹੜੇ ਜੀਵਨ ਦੇ ਕਿਸੇ ਤਲ 'ਤੇ ਜਾ ਕੇ ਆਪਣੇ ਆਪ ਨੂੰ ਵਕਾਰਾਂ ਦੀ ਗ੍ਰਸਤਨਾ ਦੇ ਬਾਰੇ ਸੁਚੇਤ ਹੋ ਜਾਣਗੇ। ਬਹੁਤ ਘੱਟ ਐਸੇ ਹੁੰਦੇ ਨੇ, 100 ਦੇ ਵਿੱਚੋਂ ਮਸਾਂ 3-4 ਨੇ ਜਿਨ੍ਹਾਂ ਨੂੰ ਜੀਵਨ ਦੀ ਕਿਸੇ ਅਵਸਥਾ 'ਤੇ ਜਾ ਕੇ ਪਤਾ ਲੱਗ ਜਾਏ, ਜਾਂ ਜੀਵਨ ਦੇ ਅੱਧ 'ਤੇ ਜਾ ਕੇ ਹੀ ਪਤਾ ਲੱਗ ਜਾਏ ਕਿ ਇੰਨੇ ਵਕਾਰਾਂ ਤੋਂ ਮੈਂ ਪੀੜਤ ਹਾਂ। ਇਸ ਕਰਕੇ ਉਹ ਵਿਦਵਾਨ ਕਹਿੰਦਾ ਕਿ ਬੜਾ ਸਮਾਂ ਬੰਦੇ ਦਾ ਵਕਾਰਾਂ ਦੇ ਵਿੱਚ ਅਚੇਤ ਬੀਤਦਾ ਹੈ। ਉਹ ਉਹਨਾਂ ਦੀ ਪੂਰਤੀ ਨੂੰ ਹੀ ਜੀਵਨ ਦਾ ਮਕਸਦ ਸਮਝੀ ਜਾਂਦਾ ਹੈ। ਫਿਰ ਕਹਿੰਦੇ ਚੇਤਨਤਾ ਪੈਦਾ ਹੋਣੀ ਚਾਹੀਦੀ ਹੈ ਕਿ ਮਨੁੱਖ ਆਪਣੇ ਆਪ ਨੂੰ ਵਾਚੇ। ਤਾਂ ਭਰਤਰੀ ਹਰੀ ਦਾ ਨਾ ਵੈਰਾਗ ਸ਼ਤਕ ਗ੍ਰੰਥ ਹੈ,
ਉਹਦੇ ਵਿੱਚ ਉਹਨੇ ਆਪਣਾ ਮਨ ਖੋਲ੍ਹਿਆ ਸਾਡੇ ਸਾਹਮਣੇ। ਤਾਂ ਉਹਦੇ ਵਿੱਚ ਇੱਕ ਸਲੋਕ ਦੇ ਵਿੱਚ ਭਰਥਰੀ ਹਰੀ ਆਖਦੇ ਨੇ, ਅਤੇ ਕਿਉਂਕਿ ਉਹ ਬਹੁਤ ਵੱਡਾ ਰਾਜਾ ਸੀ, ਤਾਂ ਇੱਕ ਜਗ੍ਹਾ ਨਾਲ ਲਿਖਿਆ ਕਿ ਹੇ ਤ੍ਰਿਸ਼ਨਾ, ਕਿ ਮੈਂ ਏਡਾ ਵੱਡਾ ਰਾਜ ਭਾਗ ਛੱਡ ਆਇਆ, ਤਾਂ ਵੀ ਅਜੇ ਧਨ ਦੀ ਲਾਲਸਾ ਬਣੀ ਹੋਈ ਹੈ, ਖਿੱਚ ਬਣੀ ਹੋਈ ਹੈ। ਚੰਗੇ ਭਲੀ ਮੇਰੀ ਸੁੰਦਰ ਰਾਣੀ ਸੀ, ਉਹਦਾ ਤਿਆਗ ਕਰ ਆਇਆ। ਇਤਨੇ ਅਹਿਲਕਾਰ ਫੌਜਾਂ ਆਦਿਕ ਸਨ, ਸਾਰਿਆਂ ਨੂੰ ਤਿਆਗ ਕਰਕੇ ਆ ਗਿਆ। ਹੇ ਤ੍ਰਿਸ਼ਨਾ, ਤੂੰ ਅਜੇ ਵੀ ਮੇਰੇ ਮਗਰ ਆ ਗਈ ਹੈ, ਸਾਰਾ ਕੁਝ ਪ੍ਰਤੱਖ ਵੀ ਛੱਡ ਦਿੱਤਾ ਹੈ, ਤਾਂ ਵੀ ਤੂੰ ਮੇਰੇ ਮਗਰੋਂ ਨਹੀਂ ਲੈ ਰਹੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਮਸਕੰ ਪਗਨੰਤ ਸੈਲੰ। ਤਾਂ ਉਹ ਵਿਦਵਾਨ ਕਹਿੰਦਾ ਕਿ ਦੂਜਾ ਪੱਧਰ ਚੇਤਨਤਾ ਦਾ ਪੈਦਾ ਹੋਣਾ ਚਾਹੀਦਾ, ਅਤੇ ਚੇਤਨਾ ਸਾਧ ਸੰਗਤ ਕਰਕੇ ਪੈਦਾ ਹੁੰਦੀ ਹੈ। ਫਿਰ ਚੇਤਨਾ ਤੋਂ ਬਾਅਦ ਬੰਦੇ ਦਾ ਕਰਮ ਬਣਦਾ ਹੈ ਕਿ ਹੁਣ ਇਹਨਾਂ ਤੋਂ ਛੁਟਕਾਰਾ ਕਿਵੇਂ ਕੀਤਾ ਜਾਵੇ। ਫਿਰ ਹੌਲੀ ਹੌਲੀ ਮਨੁੱਖ ਉਹ ਆਪਣੇ ਯਤਨ ਆਪੇ ਸਮਝ ਆਉਣ ਲੱਗ ਪੈਂਦੇ ਨੇ। ਫਿਰ ਉਹਦੇ ਲਈ ਜਿਹੜਾ ਸਭ ਤੋਂ ਵੱਡਾ, ਜਿਵੇਂ ਅਹੰਕਾਰ ਨੂੰ ਨਿਵਰਤ ਕਰਨ ਦੇ ਲਈ ਸਭ ਤੋਂ ਪਹਿਲਾਂ ਗਿਆਨ ਚਿੰਤਨ ਦੀ ਸਾਧਨਾ, ਅਤੇ ਉਸ ਤੋਂ ਬਾਅਦ ਸੇਵਾ ਦਾ ਕਰਮ। ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦਰਬਾਰ ਦੇ ਵਿੱਚ ਨਾ ਰਾਜਾ ਅਕਬਰ ਆਇਆ, ਮੁਗਲ ਬਾਦਸ਼ਾਹ ਅਕਬਰ ਆਇਆ, ਤਾਂ ਉਹ ਬੜੇ ਸ਼ਾਹੀ ਠਾਠ ਬਾਠ ਦੇ ਵਿੱਚ ਆਇਆ। ਤਾਂ ਗੁਰੂ ਸਾਹਿਬ ਜੀ ਨੇ, ਹੁਣ ਗੁਰੂ ਵੀ ਸਾਨੂੰ ਐਸੀ ਕਿਰਪਾ ਕਰਦਾ ਕਿ ਸਾਡਾ ਅਹੰਕਾਰ ਸਹਿਜ ਹੀ ਨਿਵਰਤ ਹੋ ਜਾਏ। ਤਾਂ ਗੁਰੂ ਸਾਹਿਬ ਜੀ ਨੂੰ ਉਹਨੇ ਮਿਲਣ ਦੀ, ਦਰਸ਼ਨ ਕਰਨ ਦੀ ਇੱਛਾ ਜਤਾਈ। ਤਾਂ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਪਹਿਲਾਂ ਪੰਗਤ ਵਿੱਚ ਬੈਠਣਾ ਹੈ। ਹੁਣ ਪੰਗਤ ਵਿੱਚ ਰਾਜੇ ਲੋਕ ਕਦੀ ਪੰਗਤ ਵਿੱਚ ਨਹੀਂ ਬੈਠ ਸਕਦੇ, ਪਰ ਚੰਗੇ ਸੁਭਾਅ ਦਾ ਸੀ, ਮੱਤ ਟਿਕਾਣੇ ਸੀ। ਪੰਗਤ ਵਿੱਚ ਬੈਠ ਕੇ ਜਦੋਂ ਆਮ ਲੋਕਾਂ ਸੰਗ ਬੈਠਾ ਤਾਂ ਉਹਦੇ ਮਨ ਦਾ ਇਹ ਭਰਮ ਜਾਂਦਾ ਰਿਹਾ ਕਿ ਮੈਂ ਰਾਜਾ ਹਾਂ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗਤ ਦੇ ਵਿੱਚ ਜਾ ਕੇ ਜੁਗਤ ਮਿਲਦੀ ਹੈ, ਜਿੱਥੇ ਮਨੁੱਖ ਆਪਣੇ ਅਹੰਕਾਰ ਤੋਂ ਰਹਿਤ ਹੁੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਸਕੰ ਪਗਨੰਤ ਸੈਲੰ। ਇਸ ਕਰਕੇ ਜਿੰਨੇ ਵੀ ਜੀਵਨ ਦੇ ਵਿੱਚ, ਕਿਸੇ ਵਿਦਵਾਨ ਦੇ ਮੈਨੂੰ ਕਹੇ ਹੋਏ ਵਾਕ ਯਾਦ ਨੇ, ਕਹਿੰਦਾ ਜ਼ਿੰਦਗੀ ਦਾ ਅਸਲ ਆਨੰਦ ਸਧਾਰਨ ਹੋਣ ਦੇ ਵਿੱਚ ਹੈ। ਜਿੰਨੀ ਮਨੁੱਖ ਨੂੰ ਖਾਸ ਹੋਣ ਦੀ ਖਾਹਿਸ਼ ਪੈਦਾ ਹੁੰਦੀ ਹੈ, ਓਨਾ ਜ਼ਿਆਦਾ ਮਨੁੱਖ ਦੁਖੀ ਅਤੇ ਪਛੇਮਾਨ ਹੁੰਦਾ ਹੈ। ਜਿੰਨਾ ਸਧਾਰਨ ਭਾਵ ਦੇ ਵਿੱਚ ਰਹਿੰਦਾ ਹੈ, ਓਨਾ ਹੀ ਸੁਖਦ ਰਹਿੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਸਕੰ ਪਗਨੰਤ ਸੈਲੰ, ਮੱਛਰ ਵਰਗਾ ਜੀਵ। ਤਾਂ ਹੁਣ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਹਨ ਕਿ ਮੱਛਰ ਦੇ ਜਦੋਂ ਸ਼ਬਦ ਵਰਤਿਆ ਗੁਰੂ ਸਾਹਿਬ ਜੀ ਨੇ, ਤਾਂ ਇਹਦਾ ਭਾਵ ਹੈ ਕਿ ਸਾਡੀ ਕੋਈ ਖਾਸ ਸਮਰੱਥਾ ਨਹੀਂ ਹੈ ਕਿ ਅਸੀਂ ਅਹੰਕਾਰ ਤੋਂ ਮੁਕਤੀ ਪਾ ਸਕੀਏ। ਪਰ ਗੁਰੂ ਸਾਹਿਬ ਜੀ ਕਹਿੰਦੇ ਜੇ ਅਕਾਲ ਪੁਰਖ ਦੀ ਕਿਰਪਾ ਹੋ ਜਾਏ, ਸਾਧ ਸੰਗਤ ਦੇ ਵਿੱਚ ਮਿਹਰਾਮਤ ਦਾ ਪਾਤਰ ਬਣ ਜਾਏ, ਤਾਂ ਫਿਰ ਮੱਛਰ ਵਰਗਾ ਜੀਵ ਹੁੰਦਿਆਂ ਹੋਇਆਂ ਵੀ ਹੰਕਾਰ ਰੂਪ ਵਰਗੇ ਪਹਾੜ ਨੂੰ, ਪੱਥਰ ਨੂੰ ਤੋੜ ਸਕਦਾ ਹੈ। ਕਰਦਮੰ ਤੁਰੰਤ ਪਪੀਲ ਕਹ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਰਦਮੰ। ਕਰਦਮੰ ਦਾ ਭਾਵ ਹੁੰਦਾ ਹੈ ਚਿੱਕੜ। ਤਾਂ ਇਸੇ ਪ੍ਰਕਾਰ ਤੁਰੰਤ ਦਾ ਭਾਵ ਹੈ ਤਰ ਜਾਂਦੀ ਹੈ, ਪਪੀਲਕਾ ਦਾ ਭਾਵ ਹੈ ਕੀੜੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜੇ ਕਿਰਪਾ ਹੋਵੇ ਤਾਂ ਕੀੜੀ ਚਿੱਕੜ ਤੋਂ ਵੀ ਪਾਰ ਲੰਘ ਜਾਂਦੀ ਹੈ। ਕੀੜੀ ਦੀ ਹਸਤੀ ਨੂੰ ਅਸੀਂ ਸਾਰੇ ਦੇਖਦੇ ਜਾਣਦੇ ਹਾਂ, ਆਮ ਕਰਕੇ ਉਹਦੀ ਕਿੱਡੀ ਕਸਤੀ ਹੈ, ਨਜ਼ਰ ਵੀ ਨਾ ਆਉਣ ਵਾਲੀ ਨਹੀਂ ਹੈ ਜਲਦੀ ਕੀਤੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੀੜੀ ਵੀ ਪੱਥਰ ਤਰ ਜਾਂਦੀ, ਚਿੱਕੜ ਤਰ ਜਾਂਦੀ ਹੈ ਜੇ ਅਕਾਲ ਪੁਰਖ ਦੀ ਕਿਰਪਾ ਹੋ ਜਾਏ। ਤਾਂ ਇੱਥੇ ਜਦੋਂ ਗੁਰੂ ਸਾਹਿਬ ਜੀ ਨੇ ਕੀੜੀ ਸ਼ਬਦ ਵਰਤਿਆ ਪਪੀਲ ਕਹ, ਤਾਂ ਉਹਦਾ ਭਾਵ ਇਹ ਹੈ ਕਿ ਜੀਵ ਦੇ ਯਤਨ ਏਡੇ ਵੱਡੇ ਨਹੀਂ ਕਿ ਇਹ ਮੋਹ ਦੇ ਫਾਹੀ ਤੋਂ ਛੁਟਕਾਰਾ ਪਾ ਸਕਣ, ਭਾਵ ਕਿ ਮੋਹ ਦੇ ਚਿੱਕੜ ਨੂੰ ਤਰ ਸਕਣ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜੇ ਅਕਾਲ ਪੁਰਖ ਦੀ ਕਿਰਪਾ ਹੋ ਜਾਏ ਤਾਂ ਕੀੜੀ ਵਰਗਾ ਜੀਵ ਜਿਹੜਾ ਹੈ ਉਹ ਮੋਹ ਰੂਪ ਚਿੱਕੜ ਨੂੰ ਤਰ ਜਾਂਦਾ ਹੈ। ਤਾਂ ਹੁਣ ਇਸੇ ਪ੍ਰਕਾਰ ਮੋਹ ਦੇ ਸਧਾਰਨ ਦੇ ਅਰਥ ਨੇ ਕਿ ਚੀਜ਼ਾਂ ਦਾ ਬੜਾ ਗਹਿਰਾ ਆਕਰਸ਼ਣ ਹੋਣਾ, ਚਾਹੇ ਕਿਤੇ ਵੀ ਬੈਠੇ ਹੋਣਾ, ਯਾਦ ਆਈ ਜਾਣੀ ਜਿਹੜੇ ਜਿਹੜੇ ਚੀਜ਼ਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਰਦਮੰ ਤੁਰੰਤ ਪਪੀਲ ਕਹ। ਤਾਂ ਫਿਰ ਮਨੁੱਖ ਨੂੰ ਸਾਧ ਸੰਗਤ ਦੁਆਰਾ ਜੁਗਤ ਸਮਝ ਆਉਂਦੀ ਹੈ। ਕਹਿੰਦੇ ਕਿਸੇ ਜਗਿਆਸੂ ਨੇ ਕਿਸੇ ਪੂਰਨ ਪੁਰਖ ਦੇ ਨਾਲ ਕਹਿੰਦਾ ਕਿ ਮੈਂ ਮੋਹ ਤੋਂ ਛੁਟਕਾਰਾ ਚਾਹੁੰਦਾ, ਮੈਨੂੰ ਕੋਈ ਢੰਗ ਦੱਸੋ। ਤਾਂ ਉਹ ਕਹਿਣ ਲੱਗਾ ਪਰਿਵਾਰ ਮੰਨਦਾ ਕਿੰਨਿਆਂ ਨੂੰ? ਕਹਿੰਦਾ ਜੀ 4-5 ਜੀ, ਮਾਤਾ ਪਿਤਾ ਭੈਣ ਭਰਾ ਗਿਣਾ ਦਿੱਤੇ। ਕਹਿੰਦਾ ਅੱਛਾ। ਕਹਿੰਦਾ ਧਰਤੀ, ਜੇ ਤੂੰ ਪਰਿਵਾਰ ਮੰਨਣਾ ਤਾਂ ਧਰਤੀ ਵਾਂਗ ਮੰਨ। ਜਿਵੇਂ ਧਰਤੀ ਸਾਰਿਆਂ ਜੀਵਾਂ ਨੂੰ ਥਾਂ ਦਿੰਦੀ ਹੈ ਰਹਿਣ ਦੇ ਲਈ, ਇੱਥੋਂ ਤੱਕ ਕਿ ਮਲ ਕਿਰਿਆਵਾਂ ਕਰਨ ਦੇ ਲਈ ਵੀ ਥਾਂ ਦਿੰਦੀ ਹੈ, ਇਸੇ ਕਰਕੇ ਤੇਰੀ ਮੋਹ ਦਾ ਪੱਧਰ ਇੰਨਾ ਵਿਸ਼ਾਲ ਹੋਣਾ ਚਾਹੀਦਾ ਹੈ ਕਿ ਸਾਰਾ ਬ੍ਰਹਿਮੰਡ, ਸਾਰੀ ਲੋਕਾਈ ਹੀ ਤੇਰਾ
ਪਰਿਵਾਰ ਹੋਵੇ। ਤਾਂ ਇਸੇ ਪ੍ਰਕਾਰ ਫਿਰ ਉਹ ਮਹਾਪੂਰਨ ਪੁਰਖ ਕਹਿਣ ਲੱਗਾ ਕਿ ਜੇ ਮੋਹ ਨੂੰ ਸ਼ੁੱਧ ਕਰਨਾ ਪੈਂਦਾ, ਮੋਹ ਨੂੰ ਖਤਮ ਨਹੀਂ ਕਰਨਾ ਪੈਂਦਾ। ਕਹਿੰਦਾ ਕਿਸ ਤਰ੍ਹਾਂ? ਕਹਿੰਦਾ ਜਿਸ ਮੋਹ ਦੀ ਪ੍ਰਵਿਰਤੀ ਕਰਕੇ ਤੂੰ ਸਮਝਦਾ ਹੈ ਕਿ ਮੈਂ ਆਪਣੇ ਪਰਿਵਾਰ ਦੇ ਕੋਲ, ਇਸਤਰੀ ਦੇ ਕੋਲ ਬੈਠਾ ਰਹਾਂ, ਬੱਚਿਆਂ ਕੋਲ ਬੈਠਾ ਰਹਾਂ, ਕਹਿੰਦਾ ਇਹੀ ਮੋਹ ਦੀ ਪ੍ਰਵਿਰਤੀ ਨੂੰ ਤੂੰ ਸਤਸੰਗਤ ਵਾਲੇ ਪਾਸੇ ਜੋੜ ਦੇ। ਤਾਂ ਜਦੋਂ ਸਤਸੰਗਤ ਵਾਲੇ ਪਾਸੇ ਤੇਰਾ ਮੋਹ ਪਹਿਲੇ ਪੱਧਰ 'ਤੇ ਨਹੀਂ ਜੁੜੇਗਾ, ਪਰ ਜਦੋਂ ਥੋੜ੍ਹੀ ਥੋੜ੍ਹੀ ਪ੍ਰੀਤ ਬਣਾਉਣੀ ਸ਼ੁਰੂ ਕਰ ਦੇਂਗਾ ਤੇ ਫਿਰ ਤੈਨੂੰ ਜੀਵਨ ਦੇ ਵਿੱਚ ਸਮਝ ਆਉਣੀ ਸ਼ੁਰੂ ਹੋ ਜਾਏਗੀ ਕਿ ਉਹੀ ਮੋਹ ਦਾ ਰੂਪ ਸ਼ੁੱਧ ਹੋ ਕੇ ਹੁਣ ਨਿਰੰਕਾਰ ਵਾਲੇ ਪਾਸੇ ਜੁੜ ਗਿਆ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਰਦਮੰ ਤਰੰਤ ਪਪੀਲ ਕੇ। ਹੁਣ ਜਦੋਂ ਗੁਰੂ ਸਾਹਿਬ ਜੀ ਨੇ ਚਿੱਕੜ ਸ਼ਬਦ ਵਰਤਿਆ ਤਾਂ ਇਹਦਾ ਵੀ ਇੱਕ ਖਾਸ ਵਿਸ਼ੇਸ਼ਤਾ ਬਣਦੀ ਹੈ। ਚਿੱਕੜ ਦਾ ਭਾਵ ਹੈ ਕਿ ਇਹਦੇ ਵਿੱਚ ਪੈ ਕੇ ਪਹਿਲਾਂ ਤਾਂ ਮਨੁੱਖ ਮਲੀਨ ਹੁੰਦਾ ਹੈ, ਜੇ ਚਿੱਕੜ ਥੋੜ੍ਹਾ ਗਹਿਰਾ ਹੋਵੇ ਤਾਂ ਮਨੁੱਖ ਇਹਦੇ ਵਿੱਚ ਖੁੱਭਦਾ ਹੀ ਚਲਿਆ ਜਾਂਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕੀੜੀ ਵਰਗਾ ਜੀਵ। ਹੁਣ ਮਨੁੱਖ ਦੇ ਆਮ ਤੌਰ 'ਤੇ ਕਿੰਨੇ ਆਕਰਸ਼ਣ ਇੱਕ ਮਨੁੱਖ ਦੇ ਜੀਵਨ ਵਿੱਚ ਚੱਲਦੇ ਹਨ। ਸਭ ਤੋਂ ਪਹਿਲਾਂ ਮਨੁੱਖ ਦੇ ਜੀਵਨ ਦੇ ਵਿੱਚ ਆਕਰਸ਼ਣ ਚੱਲਦਾ ਹੈ ਕਿ ਮੈਂ ਹਾਂ, ਆਪਣੀ ਹਸਤੀ ਦਾ ਆਕਰਸ਼ਣ ਚੱਲਦਾ ਹੈ। ਸਾਰਾ ਕੁਝ ਬਿਨਸ ਜਾਵੇ, ਧਨ ਵੀ ਜਾਂਦਾ ਰਹੇ, ਪਰਿਵਾਰ ਵੀ ਜਾਂਦਾ ਰਹੇ, ਪ੍ਰਤਿਭਾ, ਇੱਜ਼ਤ, ਮਾਣ, ਸਨਮਾਨ ਵੀ ਜਾਂਦਾ ਰਹੇ, ਘੱਟੋ ਘੱਟ ਮੇਰਾ ਸਰੀਰ ਬਚ ਜਾਏ। ਇਹ ਆਕਰਸ਼ਣ ਪਹਿਲੇ ਪੱਧਰ ਦਾ। ਫਿਰ ਪਰਿਵਾਰ ਦੇ ਪੱਧਰ 'ਤੇ ਆਕਰਸ਼ਣ ਹੈ। ਫਿਰ ਪਰਿਵਾਰ ਦੇ ਵਿੱਚ ਵੀ ਅੱਗੇ ਕਈ ਤਰ੍ਹਾਂ ਦਾ ਹੈ, ਔਲਾਦ ਦਾ ਹੈ, ਪਤਨੀ ਦਾ ਹੈ, ਕਈਆਂ ਦਾ। ਫਿਰ ਅੱਗੇ ਜਾ ਕੇ ਧਨ ਸੰਪਦਾ ਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਮੈਨੂੰ ਕਿਸੇ ਦਫਾ ਕਿਸੇ ਨੌਜਵਾਨ ਨੇ ਗੱਲ ਸਾਂਝੀ ਕੀਤੀ, ਕਹਿੰਦਾ ਕਿ ਸਾਡੇ ਬਜ਼ੁਰਗ ਨੇ, ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਕਾਰਨ ਕੀ ਹੋ ਸਕਦਾ? ਮੈਂ ਕਿਹਾ ਪਹਿਲਾਂ ਤਾਂ ਗੱਲ ਹੈ ਕਿ ਬੁਢਾਪੇ ਦੇ ਵਿੱਚ ਜਾ ਕੇ ਨੀਂਦ ਦਾ ਪ੍ਰਭਾਵ ਕਾਫੀ ਘੱਟ ਜਾਂਦਾ। ਜੇ ਫਿਰ ਵੀ 3-4 ਘੰਟੇ ਵੀ ਨਹੀਂ ਆਉਂਦੀ ਤਾਂ ਇਹਦਾ ਕਾਰਨ ਕੋਈ ਹੋਰ ਹੋਵੇਗਾ। ਮੈਂ ਕਿਹਾ ਜ਼ਮੀਨ ਜਾਇਦਾਦ ਦਾ ਸਿਲਸਿਲਾ ਵੱਡਾ ਹੋਏਗਾ? ਕਹਿੰਦਾ ਹਾਂ 20-22 ਕਿੱਲੇ ਦਾ ਹੈ। ਮੈਂ ਕਿਹਾ ਬਸ ਉਹਦੀ ਚਿੰਤਾ ਦੇ ਵਿੱਚ ਸਾਰੀ ਰਾਤ ਝੂਰਦਾ। ਆਕਰਸ਼ਣ ਹੈ, ਆਕਰਸ਼ਣ ਬਾਰ-ਬਾਰ ਉਹਨੂੰ ਤੰਗ ਕਰਦਾ ਹੈ ਕਿ ਇਹਨੂੰ ਕੌਣ ਸੰਭਾਲੇਗਾ, ਉਹਨੂੰ ਚਿੰਤਾ ਰਹਿੰਦੀ ਹੈ ਅਤੇ ਇਹ ਚਿੰਤਾ ਉਹਨੂੰ ਨੀਂਦ ਦਾ ਸੁੱਖ ਵੀ ਨਹੀਂ ਲੈਣ ਦਿੰਦੀ। ਇਸ ਕਰਕੇ ਆਕਰਸ਼ਣ ਵਿੱਚ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਬੜੇ ਆਕਰਸ਼ਣਾਂ ਕਰਕੇ ਸਾਡਾ ਜੀਵਨ ਪਿਆ ਹੁੰਦਾ ਹੈ। ਤਾਂ ਫਿਰ ਇਸੇ ਪ੍ਰਕਾਰ ਜਿਵੇਂ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਰਦਮੰ ਤਰੰਤ ਪਪੀਲ ਕੇ, ਫਿਰ ਇਹਦੇ ਤੋਂ ਵੀ ਸਹਿਜ ਰੂਪ ਦੇ ਵਿੱਚ ਛੁਟਕਣਾ ਹੁੰਦਾ ਹੈ। ਹੁਣ ਬੜੇ ਐਸੇ ਸਤਸੰਗੀ ਨੇ, ਜਦ ਸਤਸੰਗਤ ਵਿੱਚ ਰੋਜ਼ਾਨਾ ਜੁੜਨ ਦੀ ਗੱਲ ਕਰੀਏ, ਹਵਾਲਾ ਹੀ ਪਰਿਵਾਰ ਦਾ ਦੇਣਗੇ, ਦੂਜਾ ਹਵਾਲਾ ਹੀ ਨਹੀਂ ਹੁੰਦਾ ਉਹਨਾਂ ਕੋਲੋਂ, ਜਿਹਨੇ ਪਰਿਵਾਰ ਦੀਆਂ ਬੜੇ ਜ਼ਿੰਮੇਵਾਰੀਆਂ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਫਿਰ ਉਸ ਮੋਹ ਤੋਂ ਛੁਟਕਣ ਦੇ ਲਈ ਜੇ ਅਕਾਲ ਪੁਰਖ ਦੀ ਕਿਰਪਾ ਹੋ ਜਾਵੇ ਅਤੇ ਜੁਗਤ ਆ ਜਾਂਦੀ ਹੈ, ਫਿਰ ਮਨੁੱਖ ਸਮਝਦਾ ਹੈ ਕਿ ਬੜਾ ਸਮਾਂ ਇਹਨਾਂ ਨੂੰ ਮੋਹ ਦੇ ਤਲ 'ਤੇ ਦੇ ਲਿਆ, ਹੁਣ ਇਹੀ ਆਕਰਸ਼ਣ, ਇਹੀ ਮੋਹ ਗੁਰੂ ਚਰਨਾਂ ਦੇ ਨਾਲ ਪਾਇਆ ਜਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਦ ਇਸ ਪ੍ਰਕਾਰ ਕਿਰਪਾ ਹੁੰਦੀ ਹੈ, ਫਿਰ ਕੀੜੀ ਵਰਗਾ ਜੀਵ ਜਿਹੜਾ ਹੁੰਦਾ ਹੈ ਉਹ ਮੋਹ ਦੇ ਚਿੱਕੜ ਨੂੰ ਤਰ ਜਾਂਦਾ ਹੈ। ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧਕਹ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਦ ਜੀਵਨ ਦੇ ਵਿੱਚ ਸਤਿਗੁਰੂ ਕੀ ਅਕਾਲ ਪੁਰਖ ਦੀ ਕਿਰਪਾ ਵਾਪਰ ਜਾਏ ਤਾਂ ਪਿੰਗਲਾ ਮਨੁੱਖ ਵੀ ਸਾਗਰ ਨੂੰ ਪਾਰ ਕਰ ਸਕਦਾ ਹੈ। ਆਮ ਹਾਲਤ ਤਾਂ ਇਹ ਹੈ ਕਿ ਪਿੰਗਲਾ ਤਾਂ ਕੋਈ ਰਿਸ਼ਟ ਪੁਸ਼ਟ ਤੰਦਰੁਸਤ ਨੌਜਵਾਨ ਜਾਂ ਕੋਈ ਪੁਰਸ਼ ਆਦਮੀ, ਇਸਤਰੀ ਵੀ ਸਾਗਰ ਸਮੁੰਦਰ ਨੂੰ ਪਾਰ ਨਹੀਂ ਕਰ ਸਕਦੇ। ਪਰ ਗੁਰੂ ਸਾਹਿਬ ਜੀ ਕਹਿੰਦੇ ਪਿੰਗੰ। ਹੁਣ ਪਿੰਗਲੇ ਦਾ ਭਾਵ ਕੀ ਹੁੰਦਾ? ਜਿਹਦੇ ਪਾਸ ਨਾ ਬਾਹਾਂ ਵਿੱਚ ਤਾਣ ਹੁੰਦਾ, ਨਾ ਹੱਥਾਂ ਪੈਰਾਂ ਦੇ ਵਿੱਚ, ਸਰੀਰ ਦੇ ਵਿੱਚ ਕੋਈ ਬਲ ਨਹੀਂ ਹੁੰਦਾ, ਕੇਵਲ ਦੇਹ ਦਾ ਢਾਂਚਾ ਹੀ ਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸਾਗਰੰ ਲੰਘੰਤੰ ਪਿੰਗੰ, ਵਾਸਨਾ ਵਿਕਾਰਾਂ ਦੀਆਂ ਲਹਿਰਾਂ ਦਾ ਭਰਿਆ ਹੋਇਆ ਸੰਸਾਰ ਪਿੰਗਲਾ ਮਨੁੱਖ ਤਰ ਜਾਂਦਾ। ਪਿੰਗਲੇ ਦਾ ਭਾਵ ਕਿ ਜਦੋਂ ਸਾਡੇ ਸ਼ੁਭ ਕਰਮ ਨਾ ਹੋਣ, ਹੁਣ ਉਦਾਹਰਨ ਦੇ ਤੌਰ 'ਤੇ ਸਾਡੇ ਅੰਗਾਂ ਦੀ ਸਫਲਤਾ ਇੱਕ ਤਾਂ ਇਹ ਹੈ ਕਿ ਇਹ ਪੂਰੇ ਸਾਬਤ ਹਨ, ਨਿਰੋਗ ਹਨ, ਪਰ ਇਹਦੀ ਅਧਿਆਤਮਿਕ ਨੁਕਤੇ ਤੋਂ ਸਫਲਤਾ ਹੈ ਕਿ ਇਹ ਸਾਰੇ ਅੰਗਾਂ ਨੂੰ ਆਪਣਾ ਸ਼ੁਭ ਕਰਮ ਪਤਾ ਹੋਵੇ। ਜ਼ਿੰਦਗੀ ਦੇ ਵਿੱਚ ਬੜੇ ਕਦਮ ਅਸੀਂ ਚੱਲੇ ਹਾਂ, ਪਰ ਸਾਡੇ ਉਹੀ ਕਦਮ ਸਫਲ ਹਨ ਜਿਹੜੇ ਸਾਨੂੰ ਕਿਸੇ ਸੱਚ ਦੇ ਮੁਕਾਮ ਵੱਲ ਲੈ ਕੇ ਗਏ ਨੇ, ਜਿਹੜੇ ਕਦਮ ਸਾਨੂੰ ਸਤਿਗੁਰੂ ਦੇ ਦਰ ਘਰ ਦੇ ਵੱਲ ਲੈ ਕੇ ਗਏ ਨੇ। ਹੱਥਾਂ ਦੇ ਨਾਲ ਬੜਾ ਕੁਝ ਉਠਾਇਆ, ਬੜੀਆਂ ਕਾਰਾਂ ਕੀਤੀਆਂ ਨੇ, ਬੜੇ ਲੈਣ ਦੇਣ ਕੀਤੇ ਨੇ, ਪਰ ਉਹੀ ਕੇਵਲ ਕੀਤੇ ਹੋਏ ਹੱਥਾਂ ਦੇ ਨਾਲ ਕਾਰਜ ਸਫਲ ਹਨ ਜਿਨ੍ਹਾਂ ਨੇ ਸਾਡੇ ਜੀਵਨ ਦੀ ਪਵਿੱਤਰਤਾ ਦੇ ਵਿੱਚ ਵਾਧਾ ਕੀਤਾ। ਭਾਵ ਕਿ ਸੇਵਾ ਦੇ ਕਰਮ ਦੇ ਸਹਿਤ
ਸ਼ੁੱਧ ਹੋਏ ਹਨ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪਿੰਗੰ, ਜਦੋਂ ਜੀਵ ਦੇ ਕੋਲ ਸ਼ੁਭ ਕਰਮਾਂ ਦੀ ਅਮਲ ਦੀ ਪ੍ਰੇਰਣਾ ਬਲ ਨਾ ਹੋਵੇ ਤਾਂ ਜੀਵ ਪਿੰਗਲੇ ਵਰਗਾ ਹੁੰਦਾ, ਭਾਵ ਕਿ ਯਤਨ ਕਰਨ ਦੇ ਬਾਵਜੂਦ ਵੀ। ਹੁਣ ਉਦਾਹਰਨ ਦੇ ਤੌਰ 'ਤੇ ਜਦੋਂ ਅਸੀਂ ਵਾਸਨਾ ਦੇ ਵਿੱਚ ਸੰਮਿਲਿਤ ਹੁੰਦੇ ਹਾਂ ਜਾਂ ਵਾਸਨਾ ਦੀ ਅਗਨ ਸਾਨੂੰ ਪਾਉਂਦੀ ਹੈ ਤਾਂ ਸਾਰਾ ਸਰੀਰ ਸੰਮਿਲਿਤ ਹੁੰਦਾ ਹੈ। ਇਹ ਨਹੀਂ ਕਿ ਉਦਾਹਰਨ ਦੇ ਤੌਰ 'ਤੇ ਕਾਮ ਦੀ ਪ੍ਰਵਿਰਤੀ ਵਿੱਚ ਬੰਦਾ ਗ੍ਰਸਤ ਹੁੰਦਾ ਹੈ, ਅੱਖਾਂ ਨੇ ਗ੍ਰਸਤ ਕੀਤਾ, ਮਨ ਨੇ ਮਨਸੂਬੇ ਬਣਾਉਣੇ ਸ਼ੁਰੂ ਕਰ ਦਿੱਤੇ, ਬੁੱਧੀ ਨੇ ਵਿਵੇਕ ਤੋਂ ਹਟ ਕੇ ਉਸ ਸਾਰੇ ਗਲਤ ਨਿਰਣਿਆਂ ਨੂੰ ਬਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਦੇਹ ਦੇ ਵਿੱਚ ਤਾਕਤ ਆਈ। ਜੇ ਹੱਥ ਦੇ ਤਲ 'ਤੇ ਸੀ ਤਾਂ ਹਿੰਸਾ ਕਰ ਲਈ, ਜੇ ਪੈਰਾਂ ਦੇ ਤਲ 'ਤੇ ਸੀ ਤਾਂ ਉਸ ਗਲਤ ਮੁਕਾਮ 'ਤੇ ਖੁਦ ਚੱਲ ਕੇ ਚਲਾ ਗਿਆ। ਇਸ ਕਰਕੇ ਸਾਰਾ ਹੀ ਸਰੀਰ ਵਾਸਨਾ ਦੇ ਵਿੱਚ ਪ੍ਰਵਿਰਤ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਗਰੰ ਲੰਘੰਤ ਪਿੰਗੰ, ਇਸੇ ਪ੍ਰਕਾਰ ਪਿੰਗਲੇ ਰੂਪ ਹੋਣ ਕਰਕੇ। ਦੂਜਾ ਪਿੰਗਲੇ ਦਾ ਭਾਵ ਇਹ ਹੈ ਕਿ ਪਿੰਗਲਾ ਮਨੁੱਖ ਖੁਦ ਕੋਈ ਯਤਨ ਨਹੀਂ ਕਰ ਸਕਦਾ, ਉਹਨੂੰ ਦੂਜੇ ਦੇ ਆਸਰੇ ਦੀ ਲੋੜ ਰਹਿੰਦੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਸ਼ਬਦ ਦਾ ਵਾਸ ਮਨੁੱਖ ਦੇ ਹਿਰਦੇ ਵਿੱਚ ਹੁੰਦਾ ਹੈ ਤਾਂ ਫਿਰ ਉਹਦੀ ਬੁੱਧੀ, ਉਹਦਾ ਮਨ, ਉਹਦੀ ਚਿੱਤ ਸੁਰਤ ਜਿਹੜੇ ਸਾਰੇ ਠੋਸ ਬਣਦੇ ਹਨ ਤਾਂ ਉਹ ਫਿਰ ਵਾਸਨਾ ਤੋਂ ਉਪਰਾਮਤਾ ਧਾਰਨ ਕਰਨੀ ਸ਼ੁਰੂ ਕਰ ਦਿੰਦੇ ਹਨ। ਤਾਂ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਾਗਰੰ ਲੰਘੰਤ ਪਿੰਗੰ, ਪਿੰਗਲਾ ਮਨੁੱਖ ਸਾਗਰ ਲੰਘ ਜਾਂਦਾ ਹੈ ਅਗਰ ਗੁਰੂ ਕੀ ਕਿਰਪਾ ਹੋਵੇ। ਤਾਂ ਇਸੇ ਪ੍ਰਕਾਰ ਸਤਿਗੁਰੂ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ 'ਚ ਅਸੀਂ ਬਿਰਤਾਂਤ ਪੜ੍ਹਿਆ, ਜਿਵੇਂ ਪਰਿਵਾਰ ਦੇ ਕਰਚਣ ਦਾ। ਜਦੋਂ ਦੂਜੀ ਵਾਰੀ ਗੁਰੂ ਸਾਹਿਬ ਜੀ ਗਏ ਤਾਂ ਭਾਈ ਮੂਲੇ ਦੇ ਪਰਿਵਾਰ ਨੂੰ ਬੇਨਤੀ ਹੁਕਮ ਭੇਜਿਆ ਕਿ ਸਾਡੇ ਪਾਸ ਆਣ ਕੇ ਹਾਜ਼ਰ ਹੋਵੋ। ਤਾਂ ਪਰਿਵਾਰ ਦੇ ਮੋਹ ਕਰਕੇ ਕਹਿ ਬੈਠਾ ਕਿ ਪਤਨੀ ਨੂੰ ਕਹਿੰਦਾ ਕਿ ਇਹ ਸਾਧ ਲੋਕ ਤਾਂ ਫਰੀ ਹੁੰਦੇ ਨੇ, ਜੀਵਨ ਦੇ ਵਿੱਚ ਕੋਈ ਖਾਸ ਕਾਰਜ ਇਹਨਾਂ ਨੂੰ ਹੁੰਦਾ ਨਹੀਂ, ਅਸੀਂ ਕਾਰੋਬਾਰੀ ਲੋਕ ਹਾਂ, ਜਾਂ ਉਹਨਾਂ ਨੂੰ ਕਹਿ ਦੇ ਮੈਂ ਘਰ ਨਹੀਂ ਹਾਂ, ਜਾਂ ਸੁਭਾਵਿਕ ਪਤਨੀ ਨੇ ਆਪ ਹੀ ਕਹਿ ਦਿੱਤਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਠੀਕ ਹੈ ਭਾਈ, ਨਹੀਂ ਹੋਵੇਗਾ। ਤਾਂ ਫਿਰ ਸਾਧ ਸੰਗਤ ਦੇ ਮੁਕਾਮ ਤੋਂ ਬਚਣ ਦੇ ਲਈ ਲੁਕਣ ਦਾ ਯਤਨ ਕੀਤਾ, ਭਾਵ ਕਿ ਜੀਵਨ ਦੇ ਵਿੱਚ ਕਾਰੋਬਾਰ ਦੇ ਤੌਰ 'ਤੇ ਸਾਧ ਸੰਗਤ ਨੂੰ ਘਾਟੇਦਾਰ ਸਮਝਿਆ, ਪਰ ਜੀਵਨ ਦੇ ਵਿੱਚ ਐਸੀ ਵਿਪਤਾ ਵਾਪਰੀ ਕਿ ਫਿਰ ਉਹ ਅੰਦਰ ਸੱਪ ਦੇ ਨਾਲ ਲੜ ਕੇ ਉਹਦੀ ਮ੍ਰਿਤੂ ਹੋ ਗਈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਗਰੰ ਲੰਘੰਤ ਪਿੰਗੰ, ਪਿੰਗਲੇ ਰੂਪ ਕਰਕੇ ਜਦ ਸ਼ੁਭ ਕਰਮ ਨਹੀਂ ਹੁੰਦੇ ਹਨ ਤਾਂ ਸੰਸਾਰ ਸਾਗਰ ਨਹੀਂ ਤਰਿਆ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪਿੰਗੰ ਦਾ ਭਾਵ ਕਿ ਜੀਵ ਦੇ ਕਰਮ ਵਿੱਚ ਨਿਰਮਲਤਾ ਹੁੰਦੀ ਹੈ। ਹੁਣ ਸਾਨੂੰ ਅਕਸਰ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਬਾਣੀ ਪੜ੍ਹਨ ਦੇ ਲਈ, ਨਿਰਮਲ ਕਰਮ ਕਰਨ ਦੇ ਲਈ, ਕੀਰਤਨ ਸ਼ਰਵਣ ਕਰਨ ਦੇ ਲਈ, ਸ਼ਬਦ ਵਿਚਾਰ ਸ਼ਰਵਣ ਕਰਨ ਦੇ ਲਈ ਕਿਹਾ ਜਾਂਦਾ ਹੈ। ਕਾਹਦੇ ਕਰਕੇ ਕਿ ਜਦ ਪਹਿਲੀ ਦਫਾ ਮਨੁੱਖ ਸੁਣਦਾ ਹੈ ਤਾਂ ਪਹਿਲੀ ਦਫਾ ਕੇਵਲ ਉਹਦਾ ਹਲਕਾ ਜਿਹਾ ਪ੍ਰਭਾਵ ਬਣਦਾ ਹੈ, ਜਿਹੜਾ ਥੋੜ੍ਹੇ ਦਿਨਾਂ ਬਾਅਦ ਹੀ ਫਿਰ ਛੁੱਟ ਜਾਂਦਾ ਹੈ। ਪਰ ਜੇ ਕਰਮ ਰੋਜ਼ਾਨਾ ਬਣਿਆ ਰਹੇ ਤਾਂ ਫਿਰ ਜਿਹੜਾ ਮਨ ਹੈ ਇਹ ਆਪਣਾ ਸੁਭਾਅ ਬਦਲ ਲੈਂਦਾ। ਫਿਰ ਮਨ ਇੱਕ ਟਾਈਮ 'ਤੇ ਜਾ ਕੇ ਇਹ ਸਮਝਦਾ ਹੈ ਕਿ ਅਗਰ ਇਸ ਵਿਚਾਰ ਨੂੰ ਗ੍ਰਹਿਣ ਕਰ ਲਵਾਂ ਤਾਂ ਹੀ ਛੁਟਕਾਰਾ ਹੋਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਕੀਤਾ ਹੋਇਆ ਗੁਰਬਾਣੀ ਦਾ ਪਾਠ, ਕੀਤੀ ਹੋਈ ਸ਼ਰਵਣ ਕੀਰਤਨ ਦੀ ਸਾਰੀ ਸਾਧਨਾ ਫਿਰ ਜੀਵਨ ਦਾ ਬਲ ਬਣਦੀ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਖਦੇ ਆ ਨਾ, ਬਲ ਛੁੱਟ ਕਿਉ ਬੰਧਨ ਪਰੇ ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਰ ਗਦ ਜਿਉ ਹੋ ਸਹਾਏ। ਹੁਣ ਉਹ ਬੰਧਨ ਕਿਹੜੇ ਹਨ? ਉਹ ਬੰਧਨ ਇਹੀ ਹਨ ਕਿ ਵਿਕਾਰਾਂ ਦੇ ਤਲ 'ਤੇ ਕਦੀ ਮੋਹ ਖਿੱਚਦਾ ਬੰਦੇ ਨੂੰ, ਕਦੇ ਅਹੰਕਾਰ ਦਾ ਨਸ਼ਾ ਤੰਗ ਕਰਦਾ ਹੈ, ਕਦੇ ਇਸੇ ਪ੍ਰਕਾਰ ਵਾਸਨਾ ਦੀਆਂ ਪ੍ਰਵਿਰਤੀਆਂ ਜਿਹੜੀਆਂ ਹਨ ਉਹ ਪਛੇਮਾਨ ਕਰਦੀਆਂ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਗਰੰ ਲੰਘੰਤ ਪਿੰਗੰ, ਪਿੰਗਲਾ ਮਨੁੱਖ ਸਾਗਰ ਲੰਘ ਜਾਂਦਾ ਹੈ। ਇਸ ਕਰਕੇ ਸਾਨੂੰ ਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਸਿਧਾਂਤ ਬਖਸ਼ਿਸ਼ ਕੀਤੇ ਹਨ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਇਸੇ ਪ੍ਰਕਾਰ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕੈ ਕਾਰਜ ਰਸ। ਕਿੱਡੀ ਨਿਰਮਲ ਜੁਗਤ ਹੈ ਕਿ ਆਪਣਾ ਮਨ ਹੀ ਗੁਰੂ ਨੂੰ ਸੌਂਪ ਦੇਣਾ। ਤਾਂ ਫਿਰ ਹੁਣ ਮਨ ਵੇਚੈ ਸਤਿਗੁਰ ਕੈ ਪਾਸ ਦੀ ਸਾਧਨਾ ਕੀ ਬਣਦੀ ਹੈ? ਕੱਲ੍ਹ ਪਰਸੋਂ ਮੈਂ ਕਿਸੇ ਨੁਕਤੇ ਬਾਰੇ ਥੋੜ੍ਹਾ ਸੋਚ ਰਿਹਾ ਸੀ ਕਿ ਸਹਿਜ ਪਾਠ ਦਾ ਨੁਕਤਾ ਅਸੀਂ ਸਾਰੇ ਬੜਾ ਵਾਚਦੇ ਹਾਂ, ਤਾਂ ਪਰ ਉਸ ਨੁਕਤੇ ਦਾ ਵਿਸਥਾਰ ਕੀ ਹੋਣਾ ਚਾਹੀਦਾ? ਸਾਡੇ ਕੋਲ ਸ਼ਬਦ ਤਾਂ ਹੈ ਪਰ ਇਹਦਾ ਵਿਸਥਾਰ ਕੀ ਹੋਣਾ ਚਾਹੀਦਾ? ਫਿਰ ਉਹਦੇ ਵਿੱਚੋਂ ਪਾਠਗਤ ਨੁਕਤਾ ਇੰਨਾ ਕੁ ਸਮਝ ਦੇ ਵਿੱਚ ਆਇਆ ਕਿ ਸਹਿਜ ਪਾਠ ਦਾ ਮਤਲਬ ਹੈ ਕਿ ਜੀਵਨ ਦੇ ਵਿੱਚ ਸਹਿਜ ਚਾਹੁੰਦੇ ਹਾਂ, ਇਹਦੇ ਲਈ ਪਾਠ ਕਰ ਰਹੇ ਹਾਂ। ਹੁਣ ਕਰਮ ਚੰਗਾ ਹੈ, ਭਾਵਨਾ ਚੰਗੀ ਹੈ, ਉਦਮ ਵੀ ਚੰਗਾ ਹੈ,
पर ਇਹਦੇ ਅੰਦਰਲੀ ਜਿਹੜੀ ਜਗਿਆਸਾ ਹੈ ਕਈ ਵਾਰੀ ਉਹ ਢਿੱਲੀ ਹੋ ਸਕਦੀ ਹੈ। ਉਦਾਹਰਨ ਦੇ ਤੌਰ 'ਤੇ ਜਿਵੇਂ ਸਹਿਜ ਪਾਠ, ਜਿਵੇਂ ਮਨ ਵਿੱਚ ਹੈ ਸਤਿਗੁਰ ਕੇ ਪਾਸ, ਮੈਂ ਸਮਝਦਾ ਕਿ ਇਹਨਾਂ ਪੰਕਤੀਆਂ ਨੂੰ ਇੱਕ ਕਾਗਜ਼ 'ਤੇ ਲਿਖ ਕੇ ਰੱਖ ਲਿਆ ਜਾਵੇ ਅਤੇ ਰੋਜ਼ਾਨਾ ਜਿਤਨੇ ਵੀ ਅੰਗ ਪਾਠ ਕੀਤਾ ਜਾਵੇ ਕੇਵਲ ਮਨ ਦੇ ਨੁਕਤੇ ਤੋਂ ਹੀ ਪੜ੍ਹਿਆ ਜਾਵੇ ਕਿ ਮਨ ਦੇ ਬਾਰੇ ਕੀ ਵਰਣਨ ਹੈ ਗੁਰਬਾਣੀ ਦੇ ਵਿੱਚ। ਫਿਰ ਸਮਝ ਆਏਗੀ। ਫਿਰ ਜਦੋਂ ਮਨ ਵਿੱਚ ਇਹਦੀ ਗੱਲ ਕਰੋਗੇ, ਬਹੁਤ ਗੁਰਬਾਣੀ ਦੇ ਪੂਰੇ ਸਾਗਰ ਦੇ ਵਿੱਚੋਂ ਰਤਨ ਲੱਭਣਗੇ। ਮਨ ਕੀ ਹੈ, ਮਨ ਕਿਵੇਂ ਦਾ ਹੈ, ਮਨ ਪ੍ਰਭਾਵਿਤ ਕਿਹਦੇ ਤੋਂ ਹੁੰਦਾ ਹੈ, ਮਨ ਨੂੰ ਪਾ ਕਿਹੜੀ ਲੱਗੀ ਹੋਈ ਹੈ। ਫਿਰ ਇਹ ਸਾਰੇ ਨੁਕਤੇ ਤੁਹਾਡੇ ਸਹਿਜ ਪਾਠ ਦੇ ਵਿੱਚੋਂ ਤੁਹਾਨੂੰ ਬਾਰ-ਬਾਰ ਤੁਹਾਡੇ ਸਾਹਮਣੇ ਆਉਣਗੇ ਅਤੇ ਬੁੱਧੀ ਤੀਖਣ ਹੁੰਦੀ ਜਾਏਗੀ ਅਤੇ ਤੱਤ ਗਿਆਨ ਦਾ ਪ੍ਰਕਾਸ਼ ਕਰਨਾ ਆ ਜਾਏਗਾ। ਅਤੇ ਆਖਰ ਇੱਕ ਦਿਨ ਉਹ ਦਿਨ ਆ ਜਾਏਗਾ ਜਦੋਂ ਵਾਕਿਆ ਹੀ ਪਤਾ ਲੱਗ ਜਾਏਗਾ ਕਿ ਗੁਰੂ ਨੂੰ ਮਨ ਵੇਚਣਾ ਕਿਵੇਂ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਸਾਗਰੰ ਲੰਘੰਤ ਪਿੰਗੰ। ਗੱਲ ਕੀ ਹੈ ਕਿ ਯਤਨ ਦੀ ਦੀਰਘਤਾ ਸਮਝਣੀ ਚਾਹੀਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤਮ ਪ੍ਰਗਾਸ ਅੰਧ ਕਹੇ। ਤਾਂ ਇਸੇ ਪ੍ਰਕਾਰ ਜਿਹੜਾ ਜੀਵ ਦੇ ਜੀਵਨ ਵਿੱਚ ਅਗਿਆਨ, ਕਹਿੰਦੇ ਅੰਧਾ ਮਨੁੱਖ ਹਨੇਰੇ ਨੂੰ ਪਾਰ ਕਰ ਜਾਂਦਾ ਹੈ। ਹੁਣ ਇਹ ਕਿਸ ਪ੍ਰਕਾਰ, ਹੁਣ ਸਾਡੇ ਲਈ ਸਭ ਤੋਂ ਵੱਡਾ ਗਿਆਨ ਕੀ ਹੈ ਕਿ ਅਸੀਂ ਆਪਣੀ ਹੋਂਦ ਨੂੰ ਵੱਖਰਾ ਸਮਝਦੇ ਹਾਂ। ਅਸੀਂ ਨਹੀਂ ਕਦੀ ਮੰਨਦੇ। ਅਸੀਂ ਉਦਾਹਰਨ ਦੇ ਤੌਰ 'ਤੇ ਪਿਤਾ ਦਾ ਨਾਮ ਲੈਣਾ ਹੋਵੇ ਤਾਂ ਜੋ ਸਾਡਾ ਪਿਤਾ ਉਹਦਾ ਲੈਂਦੇ ਹਾਂ। ਖਾਨਦਾਨ ਦਾ ਨਾਮ ਲੈਣਾ ਹੋਵੇ ਜਿਹੜਾ ਸਾਨੂੰ ਦੱਸਿਆ ਗਿਆ ਅਸੀਂ ਉਹ ਲੈਂਦੇ ਹਾਂ। ਨਗਰ ਦਾ ਨਾਮ ਲੈਣਾ ਹੋਵੇ ਜਿੱਥੇ ਜਨਮੇ ਪਲੇ ਹਾਂ ਉਹਦਾ ਹੀ ਨਾਮ ਲੈਂਦੇ ਹਾਂ। ਕਦੀ ਆਪਣੀ ਹੋਂਦ ਨੂੰ ਪਰਮੇਸ਼ਵਰ ਦੀ ਹੋਂਦ ਕਰਕੇ ਨਹੀਂ ਦੱਸਿਆ। ਕਿਤੇ ਨਹੀਂ ਕਿਹਾ ਗਿਆ ਕਿ ਪਹਿਲਾਂ ਪਰਮੇਸ਼ਵਰ ਤੋਂ ਸਾਡਾ ਨੂਰ ਉਪਜਿਆ, ਉਹ ਨੂਰ ਸਰੀਰ ਦੇ ਸੰਬੰਧ ਕਰਕੇ ਸਾਡੇ ਮਾਤਾ ਪਿਤਾ ਦੁਆਰਾ ਹੋਂਦ ਵਿੱਚ ਆਇਆ ਅਤੇ ਫਿਰ ਸਾਡੀ ਕਾਇਆਂ ਦੀ ਕਾੜਤ ਬਣੀ। ਭਾਵ ਕਿ ਪਹਿਲੇ ਤੌਰ 'ਤੇ ਅਸੀਂ ਸੰਤਾਨ ਪਰਮੇਸ਼ਰ ਦੀ ਹਾਂ, ਪਰ ਸਾਨੂੰ ਸਰੀਰਕ ਰੂਪ ਦੇ ਵਿੱਚ ਸੰਸਾਰ ਦਿਖਾਉਣ ਦੇ ਲਈ ਅਕਾਲ ਪੁਰਖ ਨੇ ਆਹ ਦੋ ਆਯਾਮ ਮਾਤਾ ਪਿਤਾ ਦੇ ਰਚੇ ਹਨ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਤਮ ਪ੍ਰਗਾਸ। ਜਦੋਂ ਜੀਵ ਅਗਿਆਨ ਕਰਕੇ ਆਪਣੀ ਹੋਂਦ ਨੂੰ ਅਕਾਲ ਪੁਰਖ ਤੋਂ ਵੱਖਰਿਆ ਮੰਨਦਾ ਅਤੇ ਹਉਮੈ ਦੇ ਤਹਿਤ ਰਹਿੰਦਾ ਹੈ, ਦੂਜਾ ਸੰਸਾਰ ਦੇ ਵਿੱਚ ਜਿਤਨੀ ਬਖਸ਼ਿਸ਼ ਰੂਪ ਸਾਰਾ ਕੁਝ ਮਾਣ ਰਿਹਾ ਹੈ ਉਹਨੂੰ ਆਪਣੇ ਨਿੱਜ ਦਾ ਜਾਣਦਾ ਹੈ, ਕਦੀ ਨਹੀਂ ਕਹਿੰਦਾ ਕਿ ਪਰਮੇਸ਼ਰ ਦੀ ਬਖਸ਼ਿਸ਼ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਤਮ ਦਾ ਭਾਵ ਹਨੇਰਾ। ਇਸ ਤਰ੍ਹਾਂ ਦੇ ਹਨੇਰੇ ਜੀਵਨ ਦੇ ਵਿੱਚ ਪ੍ਰਗਾਸ ਭਾਵ ਚਾਨਣਾ, ਅੰਧਿਆਂ ਨੂੰ ਚਾਨਣ ਹੋ ਜਾਂਦਾ ਹੈ ਜਦੋਂ ਸਾਧ ਸੰਗਤ ਦੇ ਵਿੱਚ ਆਉਂਦੇ ਹਨ। ਗੁਰਬਾਣੀ 'ਚ ਪਾਵਨ ਵਾਕ ਹੈ, ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ। ਤਾਂ ਉਹਦੇ ਵਿੱਚ ਅੱਗੇ ਜਾ ਕੇ ਜ਼ਿਕਰ ਆਉਂਦਾ ਹੈ ਸਾਢੇ ਤੀਨ ਹਾਥ ਤੇਰੀ ਸੀਵਾਂ, ਕਿ ਭਾਵ ਇੰਨਾ ਕੁ ਧਰਤੀ ਦਾ ਸਮਾਂ ਤੈਨੂੰ ਕਿਰਾਏ ਰੂਪ ਦੇ ਵਿੱਚ ਚਾਹੀਦਾ। ਸੂਫੀ ਸੰਤਾਂ ਦੇ ਜੀਵਨ 'ਚ ਇੱਕ ਬੜੀ ਵੱਡੀ ਘਟਨਾ ਹੈ। ਇੱਕ ਦਿਨ ਸੂਫੀ ਸੰਤ ਕਿਸੇ ਆਪਣੇ ਜਗਿਆਸੂਆਂ ਨੂੰ ਸੰਬੋਧਨ ਕਰ ਰਿਹਾ ਸੀ। ਕਹਿੰਦਾ ਅਸੀਂ ਉਹ ਕਿਰਾਏਦਾਰ ਹਾਂ ਜਿਨ੍ਹਾਂ ਨੂੰ ਬੜਾ ਥੋੜ੍ਹਾ ਥਾਂ ਚਾਹੀਦਾ ਹੈ, ਪਰ ਉਹਨੇ ਕਿਰਾਏ ਦਾ ਪ੍ਰਬੰਧ ਕਰਨ ਦੀ ਬਜਾਏ ਸਾਰੀ ਜ਼ਿੰਦਗੀ ਉਹਦੇ ਕਬਜ਼ੇ ਦੇ ਲਈ ਪਏ ਰਹਿੰਦੇ ਹਾਂ। ਉਹਦੇ ਜਗਿਆਸੂਆਂ ਨੂੰ ਇਸ ਗੱਲ ਦੀ ਸਮਝ ਨਾ ਆਈ। ਕਹਿਣ ਲੱਗੇ ਕਹਿਣ ਦਾ ਮਤਲਬ ਕੀ? ਕਹਿੰਦਾ ਕਿ ਜਦ ਸਾਡੀ ਕਾਇਆ ਪੈਦਾ ਹੁੰਦੀ ਹੈ ਉਹਨੂੰ ਬਹੁਤ ਥੋੜ੍ਹਾ ਜਿਹਾ ਥਾਂ ਚਾਹੀਦਾ ਹੁੰਦਾ ਹੈ। ਕਹਿੰਦਾ ਕਾਇਆ ਵਿਕਸਿਤ ਹੋ ਜਾਂਦੀ ਹੈ ਫਿਰ ਓਨਾ ਥਾਂ ਚਾਹੀਦਾ ਹੁੰਦਾ ਹੈ। ਭਾਵ ਕਿ ਉਹਨੇ ਕਹਿੰਦਾ ਜੇ ਲੰਮੇ ਪੈਣਾ ਹੋਵੇ ਤਾਂ ਇੰਨਾ ਕੁ ਥਾਂ ਚਾਹੀਦਾ। ਪਰ ਕਹਿੰਦਾ ਜ਼ਿੰਦਗੀ ਭਰ ਪਸਾਰਦੇ ਰਹਿੰਦੇ ਹਾਂ ਕਿ ਬੜੇ ਸਾਰੇ ਨਗਰਾਂ ਦੇ ਵਿੱਚ ਸਾਡਾ ਮਕਾਨ ਹੋਵੇ। ਤਾਂ ਕਹਿੰਦਾ ਆਖਰ ਨੂੰ ਫਿਰ ਸਾਨੂੰ ਸਾਡੀ ਹਸਤੀ ਨੂੰ ਮਾਲਕ ਸਮੇਟ ਕੇ ਉੱਥੇ ਲੈ ਆਉਂਦਾ ਕਿ ਇੰਨਾ ਕੁ ਹੀ ਥਾਂ ਚਾਹੀਦਾ। ਅੱਧੇ ਭਗਤ ਕਬੀਰ ਸਾਹਿਬ ਜੀ ਆਖਦੇ ਨੇ ਸਲੋਕਾਂ ਵਿੱਚ ਜ਼ਿਕਰ ਹੈ, ਕਾਰਜ ਸਾਢੇ ਤੀਨ ਹੱਥ ਘਣੀ ਤਾਂ ਪੌਨੇ ਚਾਰ। ਕਿ ਜੇ ਬਹੁਤਾ ਵੱਡਾ ਕੱਦ ਹੋਏਗਾ 7-8 ਫੁੱਟ ਤਾਂ ਪੌਣੇ ਕੁ 4 ਹੱਥ, ਭਾਵ ਕਿ ਹੱਥ ਤੋਂ ਲੈ ਕੇ ਅਰਕ ਤੱਕ ਦਾ ਥਾਂ ਮਿਣ ਕੇ ਜਿਵੇਂ ਬੰਦੇ ਨੂੰ ਇਕੱਠਾ ਕੀਤਾ ਜਾਵੇ ਨਾ, ਤਾਂ ਇਹਦੇ ਦੋ ਅਰਥ ਬਣਦੇ ਨੇ। ਕਹਿੰਦੇ ਜਦ ਬੰਦਾ ਜਲਾਇਆ ਜਾਂਦਾ ਹੈ ਤਾਂ ਉਹਦਾ ਸਰੀਰ ਇਕੱਠਾ ਹੋਣ ਲੱਗ ਪੈਂਦਾ ਅਤੇ ਲੱਕ ਦੇ ਵਿੱਚ ਉਹਦਾ ਸਾਰਾ ਸਰੀਰ ਆ ਜਾਂਦਾ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਤਮ ਪ੍ਰਗਾਸ ਅੰਧ ਕਹੇ। ਅਗਿਆਨ ਦੇ ਵਿੱਚ ਪਾਇਆ ਹੋਇਆ ਜੀਵ ਸਾਰਾ ਕੁਝ ਆਪਣਾ ਮੰਨਦਾ ਹੈ, ਪਰ ਫਿਰ ਹੁਕਮ ਉਹਦੇ ਇਸੇ ਕਰਕੇ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਗੁਰੂ ਸਾਹਿਬ ਜੀ ਕਹਿੰਦੇ ਹੁਕਮ ਰੂਪ ਦੇ ਵਿੱਚ ਦੇਖ ਕਿ ਤੈਨੂੰ ਜੀਵਨ ਜਿਉਣ ਦੇ ਲਈ ਇਤਨੇ ਥਾਂ ਦੀ ਜ਼ਰੂਰਤ ਸੀ, ਪਰ ਇਹਨੂੰ ਉਲੰਘ ਕੇ ਤੂੰ ਐਡੇ ਵੱਡੇ ਪਸਾਰੇ ਤਾਣੇ ਨੇ, ਤੂੰ ਆਪ ਨਹੀਂ ਸੁਧਰਿਆ। ਫਿਰ ਕਾਲ ਦੀ ਮਾਰ ਨੇ ਤੈਨੂੰ ਫਿਰ ਹੁਕਮ ਦੇ ਸਹਿਤ ਕਰਕੇ ਫਿਰ ਤੈਨੂੰ ਇਸ ਜਗਤ ਤੋਂ ਰੁਖਸਤ ਕੀਤਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤਮ ਪ੍ਰਗਾਸ ਅੰਧ ਕਹੇ ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ
ਨਾਨਕ ਹਰ ਹਰ ਹਰੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਸਾਰਾ ਜਿਹੜਾ ਬਲ ਹੈ ਇਹ ਕਿੱਥੋਂ ਮਿਲਦਾ ਹੈ? ਸਾਧ ਸੰਗਤ ਦੇ ਵਿੱਚੋਂ। ਜਦੋਂ ਜਿਵੇਂ ਇੱਕ ਵਿਦਿਆਰਥੀ ਦਾ ਨਿਰਮਾਣ ਸਕੂਲ ਦੇ ਵਿੱਚ ਹੁੰਦਾ ਹੈ, ਇਸੇ ਪ੍ਰਕਾਰ ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਸਤਸੰਗੀ ਮਨੁੱਖ ਹੈ, ਜਿਨ੍ਹੇ ਜੀਵਨ ਨੂੰ ਸਚਿਆਰ ਦੇ ਨੁਕਤੇ ਤੋਂ ਜਿਉਣਾ ਹੈ, ਉਹਦਾ ਨਿਰਮਾਣ ਸਾਧ ਸੰਗਤ ਕਰਦੀ ਹੈ। ਅਤੇ ਸਾਧ ਸੰਗਤ ਵਿੱਚ ਜਾ ਕੇ ਕੀ? ਸਿਮਰੰਤ। ਇਹ ਨਹੀਂ ਕਿ ਸਾਧ ਸੰਗਤ ਦੇ ਵਿੱਚ ਜਾ ਕੇ ਦੂਜਿਆਂ ਦੀਆਂ ਖਬਰਾਂ ਰੱਖਦਾ ਰਹੇ। ਮੈਂ ਕਿਸੇ ਦਿਨ ਇੱਕ ਨੂੰ ਇੱਥੇ ਪਕੜ ਲਿਆ, ਮੈਂ ਕਿਹਾ ਜੀ ਅੱਜ ਕਿਹੜੀ ਵਿਚਾਰ ਹੋਈ? ਕਹਿੰਦਾ ਯਾਦ ਨਹੀਂ ਰਹੀ। ਮੈਂ ਕਿਹਾ ਫਿਰ ਤੂੰ ਸੰਸਾਰ ਲੈ ਕੇ ਬੈਠਾ ਹੋਏਗਾ ਗੁਰੂ ਘਰ ਦੇ ਵਿੱਚ। ਜੇ ਤੂੰ ਗੁਰੂ ਦੀ ਤਰਫ ਬੈਠਾ ਹੁੰਦਾ ਤਾਂ ਤੈਨੂੰ ਪਤਾ ਹੋਣਾ ਸੀ ਹਰੇਕ ਗੱਲ ਕੀ ਕੀ ਕਹੀ ਗਈ ਹੈ। ਇਸੇ ਕਰਕੇ ਬੜੀ ਵਾਰੀ ਸਾਧ ਸੰਗਤ ਦੇ ਵਿੱਚ ਵੀ ਅਚੇਤ ਬੈਠੇ ਹੁੰਦੇ ਆ, ਪਤਾ ਹੀ ਨਹੀਂ ਹੁੰਦਾ ਕੀ ਗੱਲ ਹੋ ਰਹੀ ਹੈ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਫਰਮਾਉਂਦੇ ਸਿਮਰੰਤ, ਕਿ ਉੱਥੇ ਪੂਰੀ ਸਿਮਰਤੀ ਦੇ ਵਿੱਚ ਉਤਰ ਕੇ ਪਰਮੇਸ਼ਰ ਦੇ ਗੁਣਾਂ ਨੂੰ, ਉਹਦੇ ਗਿਆਨ ਦੀ ਜਿਹੜੀ ਬਖਸ਼ਿਸ਼ ਕੀਤੀ, ਵਿਚਾਰ ਉਹਨੂੰ ਸਮਝਣ ਦਾ, ਗੋਬਿੰਦ ਸਰਣ ਜਦੋਂ ਵਿਚਾਰ ਦੀ ਸਮਝ ਆਏਗੀ, ਸਾਰੇ ਪੱਖਾਂ ਤੋਂ ਵਿਦਿਤ ਹੋ ਜਾਏਗਾ, ਫਿਰ ਤੈਨੂੰ ਗੋਪਾਲ ਬ੍ਰਖ ਪ੍ਰੀਤਮ ਦੀ ਸ਼ਰਨ ਵੀ ਯਾਦ ਆਏਗੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਹਰ ਹਰ ਹਰੇ। ਇਸ ਕਰਕੇ ਸਦਾ ਆਪਣੀ ਰਸਨਾ ਤੋਂ ਉਸ ਹਰੀ ਪਰਮੇਸ਼ਰ ਦੇ ਗੁਣਾਂ ਦਾ, ਉਸ ਦੀ ਆਰਾਧਨਾ ਦਾ, ਉਸ ਦੀ ਉਸਤਤ ਦਾ, ਗਿਆਨ ਦੀ ਵਿਚਾਰ ਦਾ ਚਿੰਤਨ ਕਰਦੇ ਰਹੋ, ਤਾਂ ਕਿ ਜੀਵਨ ਦੇ ਵਿੱਚ ਇੰਨਾ ਬਲ ਪੈਦਾ ਹੋ ਜਾਵੇ। ਗੁਰੂ ਸਾਹਿਬ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਦੂਜੇ ਸਲੋਕ ਵਿੱਚ ਇਹ ਵੀ ਬਖਸ਼ਿਸ਼ ਕੀਤੀ ਹੈ। ਪਹਿਲੇ 'ਚ ਨਾ ਬਲ ਛੁੱਟ ਕੇ ਉਹ ਬੰਧਨ ਭਰੇ, ਫਿਰ ਉਹਦੇ ਵਿੱਚ ਗੁਰੂ ਸਾਹਿਬ ਜੀ ਦੂਜੇ ਵਿੱਚ ਇਹ ਹੁੰਦਾ, ਕਹੋ ਨਾਨਕ ਅਬ ਉਹ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਕਿ ਭਾਵੇਂ ਵਕਾਰ ਬੜੇ ਵੱਡੇ ਨੇ, ਮਾਇਆ ਦਾ ਪ੍ਰਪੰਚ ਬੜਾ ਵਿਸ਼ਾਲ ਹੈ, ਪਰ ਜੇ ਤੇਰੀ ਮਿਹਰਾਮਤ ਦਾ ਇੱਕ ਕਿਣਕਾ ਵੀ ਪ੍ਰਾਪਤ ਹੋ ਗਿਆ ਤਾਂ ਇਹ ਵਕਾਰ ਸਾਡੇ ਸਾਹਮਣੇ ਕੋਈ ਵਜੂਦ ਨਹੀਂ ਰੱਖ ਸਕਣਗੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਸਾਰੇ ਬਲ ਦੀ ਪ੍ਰਾਪਤੀ ਦੇ ਲਈ ਸਾਧ ਸੰਗਤ ਦੇ ਵਿੱਚ ਜੁੜ ਕੇ ਨਿਰਮਲ ਯਤਨ, ਨਿਰਮਲ ਉਦਮ ਕਰਨਾ ਪੈਂਦਾ, ਤਾਂ ਗੁਰੂ ਕੀ ਮਿਹਰਾਮਤ ਦੇ ਪਾਤਰ ਬਣਦੇ ਹਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਨ, ਪਾਵਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ। ਸਾਡੀ ਪ੍ਰੀਤ ਸੰਸਾਰ ਦੀ ਬਜਾਏ ਨਿਰੰਕਾਰ ਦੇ ਨਾਲ ਪਵੇ, ਪਦਾਰਥਾਂ ਦੀ ਬਜਾਏ ਅਧਿਆਤਮਿਕ ਧਨ, ਅਧਿਆਤਮਿਕ ਰਾਸ ਸੰਗ੍ਰਹਿਣ ਕਰਨ ਦਾ ਯਤਨ ਕਰੀਏ। ਮੋਹ ਦੇ ਪੱਧਰ 'ਤੇ ਸੰਸਾਰ ਦੇ ਆਕਰਸ਼ਣ ਛੱਡ ਕੇ ਸਤ ਸੰਗਤ ਦੇ ਨਾਲ ਆਪਣੀ ਪ੍ਰੀਤ ਭਾਵਨਾ ਨੂੰ ਗੂੜ੍ਹਿਆ ਕਰੀਏ, ਤਾਂ ਕਿ ਸਾਡੇ ਸਾਰਿਆਂ ਦਾ ਜੀਵਨ ਗੁਰੂ ਕਿਰਪਾ ਵਾਲਾ ਬਣ ਸਕੇ ਜੀ। ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਦੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਪਾਵਨ ਉਪਦੇਸ਼ ਦਾ ਭਾਵ ਰੂਪ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ